स्वागत। मैं हरजिंदर सिंह रंधावा, तुम देख रहे हो पंजाब टेलीविजन और मेरे नाल सीनियर जर्नलिस्ट सरदार हमीत सिंह जी और सरदार जगतार सिंह जी। मैं जी आया आखदा। थैंक यू, शुक्रिया जी। ਭਾਰਤ और ਕੈਨੇਡਾ ਦੇ ਰਿਸ਼ਤਿਆਂ 'ਚ ਤਲਖੀ ਆ ਗਈ ਹੈ। ਤਲਖੀ ਇਸ ਖਿੱਤੇ ਨੂੰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀ ਹੈ। ਇਹਦਾ ਅਸਰ ਸਾਡੇ ਤੇ ਸਿੱਧੇ ਰੂਪ ਵਿੱਚ ਆਉਂਦਾ ਕਿਉਂਕਿ ਪਿਛਲੇ ਲਗਭਗ ਦਹਾਕੇ ਭਰ ਤੋਂ ਸਾਡੇ ਲੱਖਾਂ ਵਿਦਿਆਰਥੀ ਔਰ ਉਹਨਾਂ ਦੇ ਮਾਪੇ ਕੈਨੇਡਾ ਵਿੱਚ ਵਸ ਚੁੱਕੇ ਆ, ਉੱਥੋਂ ਦੇ ਪੱਕੇ ਸਿਟੀਜ਼ਨ ਬਣ ਗਿਆ। ਲੇਕਿਨ ਉਹਨਾਂ ਦੀ ਜਨਮ ਭੋਏ, ਉਹਨਾਂ ਦਾ ਸਾਰਾ ਕੁਝ ਇੱਧਰ ਹੈ, ਉਹਨਾਂ ਦੇ ਮਰਨ ਕਰਨ, ਉਹਨਾਂ ਦੇ ਵਿਆਹ ਸ਼ਾਦੀਆਂ, ਜੇ ਇਹਨਾਂ ਦੋਨਾਂ ਦੇਸ਼ਾਂ 'ਚ ਰਿਸ਼ਤੇ ਖਰਾਬ ਹੁੰਦੇ ਆ ਤਾਂ ਬਹੁਤ ਸਾਰੇ ਲੋਕਾਂ ਦਾ ਆਉਣ ਜਾਣ ਲਗਾਤਾਰ ਸ਼ੱਕ ਦੇ ਦਾਇਰਿਆਂ 'ਚ ਆ ਜਾਂਦਾ। ਇਸ ਕਰਕੇ ਇਸ ਖਿੱਤੇ ਦੇ ਵਿੱਚ ਸਵੇਰ ਦਾ ਇੱਕ ਖੌਫ, ਇੱਕ ਪਰੇਸ਼ਾਨੀ ਹੈ। ਪਰ ਆਪਾਂ ਇਹ ਸਾਰੇ ਘਟਨਾਕ੍ਰਮ ਦੇ ਉੱਤੇ ਇੱਕ ਨਜ਼ਰਸਾਨੀ ਕਰਦੇ ਹਾਂ। ਔਰ ਦੂਜਾ ਮਾਮਲਾ ਵੀ ਹੈ, ਪਾਰਲੀਮੈਂਟ ਦੇ ਵਿੱਚ ਔਰਤਾਂ ਦੇ ਰਿਜ਼ਰਵੇਸ਼ਨ ਨਾਲ ਸੰਬੰਧਿਤ ਬਿੱਲ ਪੇਸ਼ ਹੋ ਗਿਆ। ਇਹ ਕਿਸ ਰੂਪ 'ਚ ਲਾਗੂ ਹੋਊਗਾ, ਇਹ ਕਦੋਂ ਲਾਗੂ ਹੋਊਗਾ, ਇਹ ਸਾਰੇ ਸਵਾਲ ਐਡਰੈਸ ਹੋਣ ਵਾਲੇ ਆ। ਲੇਕਿਨ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਇਹਦੇ ਤੇ ਬਹਿਸ ਤੁਰ ਪਊਗੀ। ਇਹ ਸਾਰੇ ਸਵਾਲ ਲੈਣੇ ਆ। ਸਭ ਤੋਂ ਪਹਿਲਾਂ ਸਰਦਾਰ ਹਮੀਰ ਸਿੰਘ ਜੀ, ਇੱਕ ਵਾਰੀ ਸਾਂਝ ਪਵਾ ਦਿਓ। ਅੱਜ ਸਾਜਰੇ ਤੋਂ ਜੋ ਕੁਝ ਵਾਪਰਿਆ ਕੈਨੇਡਾ ਦੇ ਵਿੱਚ, ਉੱਥੋਂ ਦੇ ਪ੍ਰਧਾਨ ਮੰਤਰੀ ਵੱਲੋਂ ਜਿਸ ਤਰੀਕੇ ਨਾਲ ਕੁਝ ਸਟੇਟਮੈਂਟ ਦਿੱਤੀਆਂ ਗਈਆਂ, ਕੁਝ ਖੁਲਾਸੇ ਕੀਤੇ ਗਏ ਨੇ ਜਿਹਦੇ ਰਿਐਕਸ਼ਨ 'ਚ ਭਾਰਤ ਵੀ ਤਲਖੀ ਦਿਖਾ ਰਿਹਾ, ਇਹਨਾਂ ਸਾਰੇ ਮਾਮਲਿਆਂ ਨਾਲ ਇੱਕ ਵਾਰੀ ਸਾਂਝ ਪਵਾ ਦਿਓ। ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦਾ ਆਪਣੇ ਹਾਊਸ ਆਫ ਕਾਮਨਜ਼ ਦਾ ਲੈਕਚਰ ਹੈ ਜਿਹੜਾ, ਜਾਂ ਉੱਥੇ ਦਿੱਤੀ ਗਈ ਸਟੇਟਮੈਂਟ, ਅਸੀਂ ਅਜੇ ਸੁੱਤੇ ਹੋਏ ਸੀ ਉਦੋਂ, ਕਿਉਂਕਿ ਸਾਡਾ ਫਰਕ ਹੈ 10-12 ਘੰਟੇ ਦਾ ਕੈਨੇਡਾ ਨਾਲੋਂ। ਤੇ ਜਦੋਂ ਉੱਥੇ ਹਾਊਸ ਆਫ ਕਾਮਨਜ਼ ਦਿੱਤਾ ਤਾਂ ਸਾਨੂੰ ਪਤਾ ਲੱਗਿਆ ਸਾਜਰੇ ਕਿ ਇਹ ਬਹੁਤ ਬੜਾ ਇੱਕ ਬਿਆਨ ਹੈ ਤੇ ਜਿਹਦਾ ਦੋਨਾਂ ਦੇਸ਼ਾਂ ਦੇ ਮਾਮਲੇ ਦੇ ਵਿੱਚ ਆਪਸ ਦੇ ਵਿੱਚ ਪ੍ਰੋਬਲਮ ਖੜੀ ਹੋਏਗੀ। ਮਾਮਲਾ 18 ਜੂਨ ਐਸੇ 2023 ਦਾ, ਜਦੋਂ ਇੱਕ ਖਾਲਿਸਤਾਨ ਪੱਖੀ ਕਿਹਾ ਜਾਂਦਾ ਲੀਡਰ, ਜਿਹੜਾ ਉੱਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਪ੍ਰਧਾਨ ਸੀ, ਹਰਦੀਪ ਸਿੰਘ ਨਿੱਜਰ ਦਾ ਕਤਲ ਹੋ ਜਾਂਦਾ ਤੇ ਉਸ ਦੀ ਜਾਂਚ ਕਰ ਰਹੀਆਂ ਨੇ ਕੈਨੇਡੀਅਨ ਏਜੰਸੀਜ਼ ਲਗਾਤਾਰ ਉਸ ਮਾਮਲੇ ਦੇ ਵਿੱਚ। ਤਾਂ ਜਸਟਿਨ ਟਰੂਡੋ ਇਹ ਦੱਸਦੇ ਨੇ ਆਪਣੇ ਹਾਊਸ ਆਫ ਕਾਮਨਜ਼ ਦੇ ਵਿੱਚ, ਆਪਣੀ ਪਾਰਲੀਮੈਂਟ ਨੂੰ ਦੱਸਦੇ ਨੇ ਕਿ ਸਾਡੇ ਕੋਲ ਕ੍ਰੈਡੀਬਲ ਇਨਫੋਰਮੇਸ਼ਨ ਹੈ, ਸਾਡੀ ਇੰਟੈਲੀਜੈਂਸ ਦੇ ਏਜੰਸੀਆਂ ਦੇ ਕੋਲ, ਕਿ ਇਸ ਕਤਲ ਦੇ ਪਿੱਛੇ ਭਾਰਤ ਸਰਕਾਰ ਦਾ ਹੱਥ ਹੈ, ਭਾਰਤ ਸਰਕਾਰ ਦੀਆਂ ਏਜੰਸੀਆਂ ਦਾ ਹੱਥ ਹੈ। ਔਰ ਨਾਲ ਦੀ ਨਾਲ ਉਹ ਇਹ ਕਹਿ ਰਹੇ ਨੇ ਕਿ ਇਹ ਸਾਡੀ ਸੋਵਰੈਂਟੀ ਤੇ, ਸਾਡੀ ਦੇਸ਼ ਦੀ ਪ੍ਰਭੂਸੱਤਾ ਤੇ, ਕਿਉਂਕਿ ਉਹ ਸਾਡੇ ਦੇਸ਼ ਦਾ ਸਿਟੀਜ਼ਨ ਸੀ ਤੇ ਇਹ ਉਹਦੇ ਚ ਦਖਲ ਹੈ ਸਿੱਧਾ, ਤੇ ਇਹ ਦਖਲ ਨਾ ਬਰਦਾਸ਼ਤਯੋਗ ਹੈ, ਇਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਔਰ ਮੈਂ ਇਹ ਗੱਲ ਕੱਲੀ ਇੱਥੇ ਨਹੀਂ ਕਹਿ ਰਿਹਾ, ਉਹਨਾਂ ਦਾ ਕਹਿਣਾ ਸੀ, ਇਹ ਗੱਲ ਮੈਂ ਇੰਡੀਅਨ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੂੰ G20 ਦੀ ਮੀਟਿੰਗ ਦੇ ਵੇਲੇ ਉੱਥੇ ਬੜੀ ਸਪਸ਼ਟ ਰੂਪ ਚ ਦੱਸਿਆ। ਉਹਨਾਂ ਨੇ ਸ਼ਬਦ ਯੂਜ਼ ਕੀਤਾ, ਕੁਝ ਵੀ ਅਨਸਰਟਨ ਨਹੀਂ ਛੱਡਿਆ, ਮਤਲਬ ਕੋਈ ਬਬਲਿੰਗ ਵਾਲੀ ਗੱਲ ਨਹੀਂ, ਪੂਰੀ ਕਲੀਅਰ ਗੱਲ ਪਿਕਚਰ ਦੱਸੀ ਸੀਗੀ। ਤੇ ਇਹਦੇ ਤੋਂ ਇਲਾਵਾ ਮੈਂ ਇਹ ਜਾਣਕਾਰੀ ਸਾਡੇ ਜਿਹੜੇ ਬਹੁਤ ਨੇੜਲੇ ਅਲਾਈ ਨੇ, ਜਿਹਦੇ ਨਾਲ ਅਸੀਂ ਹਰ ਗੱਲ ਸ਼ੇਅਰ ਕਰਦੇ ਹਾਂ, ਉਹ ਚਾਹੇ ਸੂਨਕ ਨੇ ਬ੍ਰਿਟਸ ਦੇ ਪ੍ਰਾਈਮ ਮਿਨਿਸਟਰ, ਚਾਹੇ ਉਹ ਬਾਈਡਨ ਨੇ ਅਮਰੀਕਾ ਦੇ ਪ੍ਰੈਜ਼ੀਡੈਂਟ, ਚਾਹੇ ਉਹ ਫ੍ਰੈਂਚ ਦੇ ਪ੍ਰੈਜ਼ੀਡੈਂਟ ਨੇ, ਔਰ ਉਹਨਾਂ ਸਾਰਿਆਂ ਨੂੰ ਵੀ ਦੱਸ ਚੁੱਕਿਆ ਕਿ ਇਹ ਗੱਲਾਂ ਨੇ, ਇਹ ਅਸੀਂ ਸ਼ੇਅਰ ਕਰ ਚੁੱਕਿਆ ਕਿ ਸਾਡੀ ਏਜੰਸੀਆਂ ਕੋਲੇ ਇਨਪੁੱਟ ਹੈ ਜਿਹੜੀ ਸਾਰੀ ਦੀ ਸਾਰੀ ਉਸ ਮਾਮਲੇ ਦੇ ਵਿੱਚ। ਔਰ ਇਸੇ ਕਰਕੇ ਉਹਦੇ ਨਾਲ ਦੀ ਨਾਲ ਇਹ ਹੈ ਕਿ ਉਹਨਾਂ ਦੀ ਫੋਰਨ ਮਿਨਿਸਟਰ ਜਿਹੜੀ ਹੈ ਉਹ ਆਫੀਸ਼ੀਅਲੀ ਇੱਕ ਬਿਆਨ ਜਾਰੀ ਕਰਦੇ ਨੇ, ਈਵਨ ਪ੍ਰੈਸ ਦੇ ਸਾਹਮਣੇ ਵੀ ਉਹਨਾਂ ਦੀ ਕਲਿੱਪਿੰਗ ਆਉਂਦੀ ਆ ਉਸ ਮਾਮਲੇ ਦੇ ਵਿੱਚ, ਕਿ ਕੈਨੇਡੀਅਨ ਗਵਰਨਮੈਂਟ ਇਹਨੂੰ ਬਹੁਤ ਸੀਰੀਅਸਲੀ ਲਏਗੀ। ਉਹਨਾਂ ਦੇ ਆਪਣੀ ਡੈਮੋਕ੍ਰੇਸੀ ਦਾ ਇੱਕ ਆਪਣਾ ਤਰੀਕਾਕਾਰ ਹੈ, ਅਸੀਂ ਕਿਹੜੇ ਬੰਦੇ ਖਿਲਾਫ ਕੀ ਕਾਰਵਾਈ ਕਰਨੀ ਕੀ ਨਹੀਂ, ਪਰ ਫੋਰਨ ਕਿਸੇ ਵੀ ਕੰਟਰੀ ਜਾਂ ਕਿਸੇ ਦੀ ਏਜੰਸੀ ਨੂੰ ਇਹ ਬਰਦਾਸ਼ਤ ਨਹੀਂ ਕੀਤਾ ਜਾਏਗਾ ਕਿ ਕੈਨੇਡੀਅਨ ਸੋਇਲ ਤੇ ਉਹ ਕੋਈ ਇਹੋ ਜਿਹੇ ਕਾਰਾ ਕਰੇ ਜਾਂ ਇਹੋ ਜਿਹੀ ਕੋਈ ਕਾਰਵਾਈ ਕਰੇ ਕਿਸੇ ਵੀ ਰੂਪ ਚ। ਇਸੇ ਕਰਕੇ ਕੈਨੇਡਾ ਗਵਰਨਮੈਂਟ ਨੇ ਫੈਸਲਾ ਕੀਤਾ ਕਿ ਇੰਡੀਆ ਦਾ ਜਿਹੜਾ 1997 ਬੈਚ ਦਾ IPS ਅਫਸਰ ਹੈ, ਜਿਹੜਾ ਕਿ ਬਲਕਿ ਨਾਲ ਆਪਾਂ ਜੋੜ ਸਕਦੇ ਹਾਂ ਕਿ ਪੰਜਾਬ ਕੇਡਰ ਦਾ IPS ਅਫਸਰ ਹੈ, ਰਾਹ ਦੇ ਵਿੱਚ ਕੰਮ ਕਰਨ ਵਾਲਾ, ਉਹਨੂੰ ਵਾਪਸ ਭੇਜਿਆ ਜਾ ਰਿਹਾ ਹਾਈ ਕਮਿਸ਼ਨ ਦੇ ਵਿੱਚੋਂ ਇਸ ਪ੍ਰੋਟੈਸਟ ਦੇ ਤੌਰ ਤੇ ਕਿ ਤੁਸੀਂ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਕਰ ਰਹੇ ਹੋ। ਤੇ ਜਦੋਂ ਇਹ ਗੱਲ ਵਾਪਰ ਰਹੀ ਆ ਉਸ ਮਾਮਲੇ 'ਚ, ਇਦੋਂ ਪਹਿਲਾਂ ਵੀ ਸ਼ੱਕ ਤਾਂ ਹੁੰਦੀ ਸੀ ਲੋਕਾਂ ਨੂੰ, ਚਾਹੇ ਉਹ ਪੰਜਵੜ ਦਾ ਕਤਲ ਪਾਕਿਸਤਾਨ 'ਚ, ਚਾਹੇ ਇਹ ਕਤਲ ਨੇ ਜਿਹੜੇ ਵੀ ਕੋਈ ਨਾ ਕੋਈ ਤਾਂ ਕਰ ਰਿਹਾ ਜਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ। ਹੁਣ ਸਾਡੇ ਸਾਹਮਣੇ ਇਹ ਗੱਲ ਆ ਰਹੀ ਹੈ ਕੈਨੇਡੀਅਨ ਗਵਰਨਮੈਂਟ ਦੇ ਮਾਮਲੇ ਦੇ ਵਿੱਚ, ਤਾਂ ਭਾਰਤ ਸਰਕਾਰ ਨੇ ਕਿਹਾ ਕਿ ਇਹ ਬਿਲਕੁਲ ਹੀ ਇਹਦਾ ਕੋਈ ਮਤਲਬ ਨਹੀਂ ਹੈ, ਫਜ਼ੂਲ ਦੀ ਐਲੀਗੇਸ਼ਨ ਹੈ, ਇਹਦੇ 'ਚ ਕੋਈ ਦਮ ਨਹੀਂ ਹੈ ਕਿਸੇ ਵੀ ਰੂਪ ਦੇ ਵਿੱਚ। ਔਰ ਇਸੇ ਕਰਕੇ ਉਹਨਾਂ ਦੇ ਟਿਟ ਫॉर ਟੈਟ ਦੇ ਤੌਰ ਤੇ ਇਹ ਕਿਹਾ ਕਿ ਕੈਨੇਡੀਅਨ ਡਿਪਲੋਮੇਟ ਜਿਹੜਾ ਇੱਥੇ ਹੈ ਉਹ ਭਾਰਤ ਇੱਥੇ ਰਹਿ ਕੇ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਹਵਾ ਦੇ ਰਿਹਾ, ਇਸ ਕਰਕੇ ਅਸੀਂ ਇਹਨੂੰ 5 ਦਿਨ ਲਈ 5 ਦਿਨਾਂ ਦੇ ਅੰਦਰ ਅੰਦਰ ਭਾਰਤ ਛੱਡਣ ਲਈ ਜਿਹੜਾ ਕਹਿ ਦਿੱਤਾ ਗਿਆ, ਹੁਕਮ ਦੇ ਦਿੱਤਾ ਗਿਆ, ਉਹਨੂੰ ਬੁਲਾ ਕੇ ਕੈਨੇਡੀਅਨ ਜਿਹੜਾ ਡਿਪਲੋਮੈਟ ਜਾਂ ਹਾਈ ਕਮਿਸ਼ਨਰ ਦੇ ਦਫ਼ਤਰ ਦਾ ਆਫਿਸ। ਇਸ ਕਰਕੇ ਇਹ ਹੁਣ ਮਾਮਲਾ ਕੱਲਾ ਕੂਟਨੀਤਿਕ ਉੱਥੇ ਤੱਕ ਨਹੀਂ ਰਹਿ ਗਿਆ, ਇਹਦਾ ਮਤਲਬ ਇਹ ਵੱਡੇ ਲੈਵਲ ਦਾ ਮਾਮਲਾ ਬਣ ਗਿਆ
ਇਹ ਮਾਮਲਾ ਕੇਵਲ ਇੱਥੇ ਤੱਕ ਵੀ ਸਹਿਮਤ ਨਹੀਂ ਹੋਣਾ ਵੀ ਪਹਿਲਾਂ ਗੱਲ ਨਾ ਚੱਲੀ ਹੋਵੇ, ਅੰਦਰ ਖਾਤੇ ਬਹੁਤ ਸ਼ਾਇਦ ਇਨਫੋਰਮੇਸ਼ਨਾਂ ਹੋਣਗੀਆਂ, ਅਫਸਰਾਂ ਦੇ ਵੀ ਇੱਕ ਦੂਜੇ ਨਾਲ ਗੱਲ ਹੋਏ ਹੋਊਗੀ, ਫੋਰਨ ਮਿਨਿਸਟਰ ਟੂ ਫੋਰਨ ਮਿਨਿਸਟਰ ਵੀ। ਕੈਨੇਡੀਅਨ ਫੋਰਨ ਮਿਨਿਸਟਰ ਨੇ ਇਹ ਵੀ ਕਹਿਤਾ ਕਿ ਜਿਹੜੀ ਮੀਟਿੰਗ ਹੋਣ ਵਾਲੀ ਹੈ G5 ਦੀ UNO ਦੇ ਮਾਮਲੇ ਦੇ ਵਿੱਚ, ਉੱਥੇ ਵੀ ਮੈਂ ਇਹ ਗੱਲ ਕਰਨ ਜਾ ਰਹੀ ਹਾਂ, ਉੱਥੇ ਵੀ ਮੈਂ ਇਨਫੋਰਮੇਸ਼ਨ ਸ਼ੇਅਰ ਕਰਨ ਜਾ ਰਹੀ ਹਾਂ। ਮਤਲਬ ਦੁਨੀਆ ਦੇ ਹਰ ਮੰਚ ਤੇ ਕੈਨੇਡਾ ਇਹਦਾ ਮਤਲਬ ਇਸ ਗੱਲ ਨੂੰ ਲੈ ਕੇ ਜਾਏਗਾ। ਹੁਣ ਤੱਕ ਇੰਡੀਆ ਜਿਹੜਾ ਇਕੱਲੇ ਪਾਕਿਸਤਾਨ ਦੇ ਸਾਡੇ ਟੈਰਰਿਜ਼ਮ ਫੈਲਾ ਰਿਹਾ, ਬਾਕੀ ਕਰ ਰਿਹਾ, ਇਹ ਇਸ਼ੂ ਸੀ। ਪਰ ਹੁਣ ਜਿਹੜਾ ਕੱਦ ਹੈ ਸਾਡੇ ਪ੍ਰਾਈਮ ਮਿਨਿਸਟਰ ਦਾ, ਜਿਹੜਾ ਇੱਥੇ ਘਰੇਲੂ ਪੋਲਿਟਿਕਸ ਚੋਂ ਉਭਾਰਿਆ ਗਿਆ ਹੁਣ ਤੱਕ, ਉਹ ਕੱਦ ਤੇ ਬਹੁਤ ਬੜੀ ਆਂਚ ਆਏਗੀ, ਬਹੁਤ ਬੜਾ ਮਾਮਲਾ ਸਾਡੇ ਸਾਹਮਣੇ ਦਿਖਾਈ ਦੇਊਗਾ। ਕਿਉਂਕਿ ਇਹਨਾਂ ਬੰਦਿਆਂ ਦੇ ਨਾਲ ਹੀ ਤਾਂ ਪ੍ਰਧਾਨ ਮੰਤਰੀ ਗੱਲ ਬੱਕੜੀ ਪਾ ਕੇ, ਝੂਲਾ ਝੂਲ ਕੇ, ਵੱਖ-ਵੱਖ ਗੱਲਾਂ ਕਰਕੇ ਕਦੇ ਨਾ ਕਦੇ ਇਹ ਦਿਖਾਉਂਦੇ ਸੀ ਕਿ ਦੇਖੋ ਰਿਸਪੈਕਟ ਕਿੰਨੀ ਆ ਸਾਡੇ ਪ੍ਰਾਈਮ ਮਿਨਿਸਟਰ ਦੀ। ਉਹ ਕੈਨੇਡਾ 'ਚ ਵੀ ਜਮਾਸ ਰੈਲੀ ਕਰਦੇ ਨੇ, ਅਮਰੀਕਾ 'ਚ ਮਾਸ ਰੈਲੀ ਕਰਦੇ ਨੇ, ਆਸਟ੍ਰੇਲੀਆ ਜਾਂਦੇ ਨੇ, ਜਿੱਥੇ ਜਾਂਦੇ ਨੇ। ਪਰ ਜਦੋਂ ਇਹੋ ਜਿਹੇ ਦੋਸ਼ ਲੱਗ ਜਾਣ, ਔਰ ਪ੍ਰਾਈਮ ਮਿਨਿਸਟਰ ਅੱਜ ਤੱਕ, ਇੱਕ ਪ੍ਰਾਈਮ ਮਿਨਿਸਟਰ ਨੇ ਦੋਸ਼ ਲਾਇਆ, ਸਾਡੇ ਪ੍ਰਾਈਮ ਮਿਨਿਸਟਰ ਨੇ, ਸਾਡੀ ਪਾਰਲੀਮੈਂਟ ਚੱਲ ਰਹੀ ਹੈ ਇਹਨਾਂ ਦਿਨਾਂ 'ਚ, ਨਾਰਮਲੀ ਇਹ ਗੱਲ ਹੁੰਦੀ ਹੈ ਕਿ ਪਾਰਲੀਮੈਂਟ 'ਚ ਚਰਚਾ ਹੁੰਦੀ ਹੈ। ਕੈਨੇਡਾ ਦੀ ਇੱਕ ਇਹ ਮਾਮਲਾ ਵੀ ਹੈ ਨਾਲ ਕਿ ਕੈਨੇਡੀਅਨ ਪਾਰਲੀਮੈਂਟ ਨੇ ਸਮੁੱਚੇ ਤੌਰ ਤੇ ਕੰਸੈਂਸਸ ਬੇਸਡ ਇਹ ਐਲੀਗੇਸ਼ਨ ਨੂੰ ਪ੍ਰਵਾਨ ਕੀਤਾ ਹੈ। ਔਰ ਜਿਹੜਾ ਇੰਡੀਆ ਤੋਂ ਹੀ ਗਿਆ, ਜਿਹੜਾ ਨਿਊ ਡੈਮੋਕ੍ਰੈਟਿਕ ਪਾਰਟੀ ਦਾ ਲੀਡਰ ਹੈ ਜਗਮੀਤ ਸਿੰਘ, ਉਹਦਾ ਬਿਆਨ ਉਦੋਂ ਵੀ ਹਾਰਸ ਹੈ ਉਸ ਸਾਰੇ ਮਾਮਲੇ ਦੇ ਵਿੱਚ। ਤਾਂ ਇਹ ਚਿੰਤਾਵਾਂ ਪ੍ਰਗਟ ਕਰਦੀ ਚੀਜ਼ ਹੈ, ਕਿਉਂਕਿ ਦੋ ਦੇਸ਼ਾਂ ਦਾ ਇੰਨਾ ਸੰਬੰਧ ਆ, ਮੈਨ ਟੂ ਮੈਨ ਵੀ, ਬੰਦਿਆਂ ਦੇ ਜਾਣ ਆਉਣ 'ਚ ਵੀ, ਵਪਾਰ ਤੋਂ ਬਿਨਾਂ। ਤਾਂ ਜੇ ਇਹੋ ਜਿਹੇ ਡਿਪਲੋਮੈਟਿਕ ਰਿਲੇਸ਼ਨ ਵਿਗੜਦੇ ਨੇ ਕੱਲ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ, ਔਰ ਉਹਦਾ ਨਾ ਕੇਵਲ ਦੋਨੇ ਦੇਸ਼ਾਂ ਤੇ, ਦੋਨੋਂ ਦੇਸ਼ਾਂ ਦੇ ਨਾਗਰਿਕਾਂ ਤੇ, ਬਲਕਿ ਸਾਡੀ ਘਰੇਲੂ ਸਿੱਖ ਸਿਆਸਤ ਤੇ ਪੰਜਾਬ ਦੀ ਸਿਆਸਤ ਨਾਲ ਵੀ ਬਹੁਤ ਨੇੜਿਓਂ ਗੂੜਾ ਸੰਬੰਧ ਹੈ, ਤੇ ਉੱਤੇ ਅਸਰ ਕੀ ਪੈਣਾ ਆਉਣ ਵਾਲੇ ਦਿਨਾਂ ਦੇ ਵਿੱਚ, ਇਹ ਬਹੁਤ ਚਿੰਤਾ ਕਰਨ ਵਾਲੀ ਗੱਲ ਹੈ ਅਗਲੇ ਸਮੇਂ ਦੇ ਵਿੱਚ, ਕਿਉਂਕਿ ਬਹੁਤ ਬੜਾ ਮਾਮਲਾ ਹੈ ਔਰ ਇਹ ਛੋਟਾ ਮਾਮਲਾ ਨਹੀਂ। ਨਾਰਮਲੀ ਇਹ ਹੈ ਕਿ ਕੈਨੇਡੀਅਨ ਪ੍ਰਾਈਮ ਮਿਨਿਸਟਰ ਜੇ ਉਸ ਲੈਵਲ ਤੇ ਐਲੀਗੇਸ਼ਨ ਲਾਉਂਦਾ ਹੈ, G20 ਜਦੋਂ ਆਏ ਸੀ, ਜਦੋਂ ਕਹਿੰਦੇ ਦੱਸਿਆ ਗਿਆ ਔਰ ਇਹ ਵੀ ਕਿਹਾ ਗਿਆ ਕਿ ਇੱਥੇ ਭਾਰਤ ਦੀ ਧਰਤੀ ਤੇ ਕਿਸੇ ਨੂੰ ਪ੍ਰੈਸ ਕਾਨਫਰੰਸ ਦੀ ਇਜਾਜ਼ਤ ਨਹੀਂ ਮਿਲੀ। ਬਾਈਡਨ ਜਾ ਕੇ ਕਰਦੇ ਨੇ ਵੀਅਤਨਾਮ ਦੇ ਵਿੱਚ, ਟਰੂਡੋ 2 ਦਿਨ ਰਹਿਣ ਤੋਂ ਬਾਅਦ ਵਾਪਸ ਜਾਂਦੇ ਨੇ, ਤੇ ਫਿਰ ਉਹ ਕੈਨੇਡਾ 'ਚ ਜਾ ਕੇ ਦੱਸਦੇ ਨੇ। ਕਿਤੇ ਇਹੀ ਗੱਲਾਂ ਤਾਂ ਨਹੀਂ ਸੀ ਇੱਥੇ ਕਿਤੇ ਉਹਨੇ ਬਾਈਡਨ ਨੂੰ ਪਹਿਲਾਂ ਦੱਸੀਆਂ ਹੋਣ, ਬਾਕੀ ਜਗ੍ਹਾ ਵੀ ਸਾਰਾ ਕੀਤਾ ਹੋਵੇ। ਉੱਥੇ ਜਾ ਕੇ ਉਹਨੇ ਇਹ ਤਾਂ ਕਰ ਹੀ ਦਿੱਤਾ ਸੀ ਕਿ ਜਿਹੜਾ ਧਾਰਮਿਕ ਆਧਾਰ ਤੇ ਡੈਮੋਕ੍ਰੈਟਿਕਲੀ ਤੇ ਹਿਊਮਨ ਰਾਈਟਸ ਦਾ ਜਿਹੜਾ ਡਿਸਕ੍ਰਿਮੀਨੇਸ਼ਨ ਹੈ, ਇਹ ਮੁੱਦੇ ਤਾਂ ਉਠਾਏ ਨੇ ਜਾ ਕੇ ਕਿਸੇ ਨਾ ਕਿਸੇ ਰੂਪ ਦੇ ਵਿੱਚ। ਇਸ ਲਈ ਇਹ ਡਿਬੇਟ ਮੇਰੇ ਖਿਆਲ ਗਲੋਬਲ ਡਿਬੇਟ ਬਣ ਗਈ ਹੈ। ਸਾਡੇ ਲਈ ਤਾਂ ਘਰੇਲੂ ਡਿਬੇਟ ਵੀ ਬਹੁਤ ਇੰਪੋਰਟੈਂਟ ਹੈ, ਪਰ ਬਾਕੀ ਵੀ ਹੈ। ਹੁਣ ਇਹ ਮੰਨਿਆ ਜਾ ਰਿਹਾ ਹੈ, ਡਿਮਾਂਡ ਇਹ ਹੋ ਰਹੀ ਹੈ ਵੈਸੇ ਤਾਂ ਕਿ ਜਿਹੜਾ ਪ੍ਰਾਈਮ ਮਿਨਿਸਟਰ, ਅਕਾਲੀ ਦਲ ਨੇ ਵੀ ਇਹ ਡਿਮਾਂਡ ਕੀਤੀ ਹੈ, SGPC ਨੇ ਵੀ ਇਹਦੇ ਤੇ ਖਦਸ਼ਾ ਜ਼ਾਹਰ ਕੀਤਾ ਹੈ। ਅਕਾਲੀ ਦਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਇਹਨਾਂ ਦਾ ਤੱਥਾਂ ਤਹਿਤ ਸਾਹਿਤ ਘੱਟੋ ਘੱਟ ਦੇਸ਼ ਦੇ ਲੋਕਾਂ ਨੂੰ, ਜਿਨ੍ਹਾਂ ਦੀ ਉਹ ਨੁਮਾਇੰਦਗੀ ਕਰਦੇ ਨੇ 140 ਕਰੋੜ ਲੋਕਾਂ ਦੇ ਤੌਰ ਤੇ, ਸਪਸ਼ਟ ਰੂਪ ਦੇ ਵਿੱਚ ਕੋਈ ਗੱਲ ਕਰਨੀ ਚਾਹੀਦੀ ਹੈ ਜ਼ਰੂਰ, ਤਾਂ ਕਿ ਭਰੋਸਾ ਬਿਲਡ ਕੀਤਾ ਜਾ ਸਕੇ ਉਸ ਮਾਮਲੇ ਦੇ ਵਿੱਚ। ਮੇਰਾ ਕੈਰੀਅਰ ਜਰਨਲਿਜ਼ਮ ਦਾ ਇਸ ਸੰਘਰਸ਼ ਦੇ ਨਾਲ ਹੀ ਸ਼ੁਰੂ ਹੁੰਦਾ ਹੈ 78, ਤੇ ਲਗਾਤਾਰ ਹੀ ਕਵਰ ਕੀਤਾ, ਨਹੀਂ ਤਾਂ ਕਈ ਵਾਰੀ ਗੈਪ ਪੈ ਜਾਂਦਾ। ਮੇਰਾ 2 ਸਾਲ ਦਾ ਗੈਪ ਸੀ ਵਿੱਚੋਂ, ਬਾਕੀ ਤਾਂ ਸਾਰਾ ਲਗਾਤਾਰ ਹੀ ਕਵਰ ਕੀਤਾ ਤੇ ਲਿਖਿਆ ਵੀ ਹੈ ਬਹੁਤ। ਦੇਖੋ, ਕੈਨੇਡਾ ਅਸੀਂ ਤੀਸਰਾ ਪੰਜਾਬ ਗਿਣਦੇ ਹਾਂ। ਇੱਕ ਹਿੰਦੁਸਤਾਨੀ ਪੰਜਾਬ ਹੈ, ਦੂਜਾ ਪਾਕਿਸਤਾਨੀ ਪੰਜਾਬ ਹੈ, ਤੀਜਾ ਅਸੀਂ ਕੈਨੇਡਾ ਨੂੰ ਪੰਜਾਬ ਗਿਣਦੇ ਹਾਂ, ਕਿਉਂਕਿ ਪੰਜਾਬੀ ਤੇ ਖਾਸ ਕਰਕੇ ਸਿੱਖ ਬੱਚੇ ਬਹੁਤ ਵੱਡੀ ਤਾਦਾਦ ਦੇ ਵਿੱਚ ਇਸ ਵੇਲੇ ਕੈਨੇਡਾ ਵਸੇ ਹੋਏ ਆ। ਕੈਨੇਡਾ ਦੇ ਕੁਝ ਸ਼ਹਿਰ ਤਾਂ ਪੰਜਾਬੀ ਮਹੱਲੇ ਹੀ ਹੈ, ਜਿਵੇਂ ਸਰੀ ਹੈ, ਜਿੱਥੇ ਹਰਜੀਤ ਸਿੰਘ ਨਿੱਜਰ, ਜਿਨ੍ਹਾਂ ਦਾ ਇਹ ਮਸਲਾ ਹੁਣ ਚੱਲ ਰਿਹਾ, ਜਿੱਥੇ ਉਹਨਾਂ ਨੂੰ ਮਾਰਿਆ ਗਿਆ, ਉਹ ਵਰਚੁਅਲੀ ਪੰਜਾਬੀ ਮਹੱਲਾ ਹੈ। ਤੁਸੀਂ ਜੇ ਪੰਜਾਬ ਦੇ ਕਿਸੇ ਪਿੰਡ 'ਚ ਘੁੰਮ ਰਹੇ ਆ ਤਾਂ ਤੁਹਾਨੂੰ ਸਰੀ ਜੀ ਉਹੀ ਫੀਲਿੰਗ ਹੀ ਆਏਗੀ ਵੀ ਪੰਜਾਬ 'ਚ ਘੁੰਮ ਰਹੇ ਆ। ਸੋ ਅਸੀਂ ਇਹ ਲਗਾਤਾਰ 1992-93 ਤੋਂ ਬਾਅਦ ਪ੍ਰਚਾਰ ਵੀ ਹੋਇਆ ਸੀ ਤੇ ਲੱਗ ਵੀ ਰਿਹਾ ਸੀ ਕਿ ਜਿਹੜੀ ਖਾਲਿਸਤਾਨ ਦੀ ਸਟਰਗਲ, ਆਰਮਡ ਸਟਰਗਲ ਚੱਲੀ ਇੰਨੇ ਸਾਲ, ਤੇ ਜਿਹਦੇ 'ਚ 35,000 ਤੋਂ ਵੱਧ ਲੋਕ ਮਾਰੇ ਗਏ, ਬਈ ਉਹ ਸਟਰਗਲ ਖਤਮ ਹੋ ਗਈ। ਇੱਕਾ ਦੁੱਕਾ ਵਿੱਚੋਂ ਐਕਸ਼ਨ ਹੁੰਦੇ ਰਹੇ, ਤੇ ਅਲਟੀਮੇਟਲੀ 95-96 ਤੋਂ ਬਾਅਦ ਜਦੋਂ ਦਲ ਖਾਲਸਾ ਨੇ ਦੁਬਾਰਾ ਆਪਣੀ ਐਕਟੀਵਿਟੀ ਸ਼ੁਰੂ ਕੀਤੀ ਡੈਮੋਕ੍ਰੈਟਿਕ ਡੋਮੇਨ ਦੇ ਵਿੱਚ, ਤੇ ਮਾੜੀ ਮੋਟੀ ਗੱਲਬਾਤ ਸ਼ੁਰੂ ਹੋਈ, ਜਾਂ ਜਦੋਂ ਆਪਣੇ ਸਿਮਰਨਜੀਤ ਮਾਨ ਕਦੇ ਕਦੇ ਖਾਲਿਸਤਾਨ ਦੀ ਗੱਲ ਕਰ ਲੈਂਦੇ ਸੀਗੇ। ਸੋ ਇਸ ਤੋਂ ਬਾਅਦ ਪੰਜਾਬ ਦੇ ਵਿੱਚ, ਇੰਡੀਅਨ ਪੰਜਾਬ ਦੇ ਵਿੱਚ ਘੱਟੋ ਘੱਟ ਕੋਈ ਐਕਟੀਵਿਟੀ ਨਹੀਂ ਸੀ। ਹੁਣ ਸਡਨਲੀ, ਲੇਕਿਨ ਇੱਕ ਗੱਲ ਹੋਰ ਹੈ, ਪਿਛਲੇ 2 ਸਾਲ ਤੋਂ ਲਗਾਤਾਰ ਟਵਿੱਟਰ ਤੇ
ਖਾਲਿਸਤਾਨ ਤੇ ਸਿੱਖ ਇਹ ਟ੍ਰੈਂਡਿੰਗ ਦੇ ਵਿੱਚ ਸੀ। ਜ਼ਿਆਦਾ ਐਕਟੀਵਿਟੀ ਬਾਹਰ ਦੇ ਸਿੱਖਾਂ ਦੀ, ਉਹਦੇ ਕਰਕੇ ਇਹ ਟ੍ਰੈਂਡ ਸ਼ੁਰੂ ਹੋ ਜਾਂਦੇ ਸੀਗੇ। ਜੇ ਆਪਾਂ ਨੂੰ ਯਾਦ ਹੋਵੇ, ਪੰਜਾਬ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੀਗੇ ਤੇ ਕੈਨੇਡਾ ਦੇ ਡਿਫੈਂਸ ਮਿਨਿਸਟਰ ਸੱਜਣ ਸਿੰਘ ਆਏ ਸੀ ਇੱਥੇ। ਉਹਨਾਂ ਨਾਲ ਵੀ ਜਿਹੜਾ ਟ੍ਰੀਟਮੈਂਟ ਕੀਤਾ ਗਿਆ ਸੀਗਾ ਉਹ ਬਹੁਤ ਬੇਰੁਖੀ ਵਾਲਾ ਸੀਗਾ। ਵਰਚੁਅਲੀ ਜਿਵੇਂ ਬਾਈਕਾਟ ਕਰਨਾ ਹੁੰਦਾ ਹੈ, ਉਹੀ ਟ੍ਰੀਟਮੈਂਟ ਸੀਗੀ ਦਿੱਲੀ ਦੇ ਵਿੱਚ ਵੀ ਤੇ ਚੰਡੀਗੜ੍ਹ ਦੇ ਵਿੱਚ ਵੀ। ਸੋ ਇਹ ਪੁਰਾਣਾ ਚੱਲਿਆ ਆ ਰਿਹਾ। ਤੇ ਉਦੋਂ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਟਰੂਡੋ ਆਏ ਖੁਦ, ਉਦੋਂ ਵੀ ਉਹਨਾਂ ਨੂੰ ਕੋਲਡ ਸ਼ੋਲਡਰ ਕੀਤਾ ਗਿਆ ਸੀ। ਜਦੋਂ ਆਪਣੀ ਫੈਮਿਲੀ ਦੇ ਨਾਲ ਆਏ ਆ, ਉਹ ਫਿਰ ਦਰਬਾਰ ਸਾਹਿਬ ਗਏ ਸੀਗੇ। ਸੋ ਇਹ ਜਿਹੜੀ ਕੜਵਾਹਟ ਹੈ ਇਹ ਪੁਰਾਣੀ ਹੈ, ਲੇਕਿਨ ਜੋ ਕੁਛ ਆ ਪਿਛਲੇ 24 ਘੰਟੇ ਦੇ ਵਿੱਚ ਹੋਇਆ ਹੈ, ਇਹਨੇ ਸੀਨ ਬਿਲਕੁਲ ਹੀ ਬਦਲ ਦਿੱਤਾ ਹੈ। ਹੁਣ ਕੈਨੇਡਾ ਡਿਫੈਂਸਿਵ ਤੇ ਨਹੀਂ ਹੈ, ਕੈਨੇਡਾ ਆਫੈਂਸਿਵ ਤੇ ਹੈ। ਅੱਗੇ ਤਾਂ ਕਿਹਾ ਜਾਂਦਾ ਸੀ ਕਿ ਕੈਨੇਡਾ ਛੱਡ ਦੇ ਰਿਹਾ, ਪਾਕਿਸਤਾਨ ਤੇ ਅਟੈਕ ਹੁੰਦਾ ਸੀ ਕਿਸੇ ਵੇਲੇ, ਫਿਰ ਕੈਨੇਡਾ ਆ ਗਿਆ। ਦਿਲਚਸਪ ਗੱਲ ਇਹ ਹੈ ਕਿ ਜ਼ਿਆਦਾ ਐਕਟੀਵਿਟੀ ਸ਼ੁਰੂ ਹੋਈ ਕੈਨੇਡਾ ਦੇ ਵਿੱਚ ਪਿਛਲੀ ਰੈਫਰੈਂਡਮ, ਸਿੱਖ ਰੈਫਰੈਂਡਮ ਕਰਵਾਉਣ ਵਾਲਾ ਗੁਰਪ੍ਰਤਾਪ ਸਿੰਘ ਪੰਨੂ, ਉਹ ਤਾਂ US ਸਿਟੀਜ਼ਨ ਹੈ, ਉਹਦੇ ਖਿਲਾਫ 15 ਤੋਂ ਵੱਧ ਕੇਸ ਵੀ ਹੈਗੇ ਆ ਕਿ ਗੌਰਮੈਂਟ ਆਫ ਇੰਡੀਆ ਨੇ ਕਦੇ USA ਨੂੰ ਲਿਖਿਆ ਕਿ ਉਹਨੂੰ ਉਹਦੀ ਐਕਸਟ੍ਰੈਡੀਸ਼ਨ ਕਰੋ। ਇਹ ਵੀ ਕੁਐਸਚਨ ਮਾਰਕ ਬੜਾ ਕਮਾਲ ਦਾ ਹੈ ਸਾਰੀ ਗੱਲ ਤੇ ਆ ਕੇ। ਜਿਹੜਾ ਮੇਨ ਕਲਪਰੇਟ ਹੈ ਉਹੀ ਤਾਂ ਅਸੀਂ ਐਕਸਟ੍ਰੈਡੀਸ਼ਨ ਸੀਕ ਹੀ ਨਹੀਂ ਕਰ ਰਹੇ, ਉਹ USA ਬੈਠਾ ਹੈ। ਤੇ ਹੁਣ ਉਹ ਪਿਛਲੇ ਦਿਨਾਂ ਦੇ ਵਿੱਚ ਜਦੋਂ ਗਿਆ ਸੀਗਾ ਸਰੀ ਕੈਨੇਡਾ, ਤੇ ਉਹਦੇ ਨਾਲ ਬਕਾਇਦਾ ਸਪੈਸ਼ਲ ਸਿਕਿਉਰਿਟੀ ਸੀ। ਸੋ ਇਹ ਸਿਚੁਏਸ਼ਨ ਹੈ। ਹੁਣ ਜਿਹੜੀ ਗੱਲ ਕੀਤੀ ਹੈ ਟਰੂਡੋ ਨੇ ਪਾਰਲੀਮੈਂਟ ਦੇ ਵਿੱਚ, ਉਹ ਹੁਣ ਇੱਕ ਆਸਪੈਕਟ ਬਹੁਤ ਇੰਪੋਰਟੈਂਟ ਹੈ। ਉਹ ਕਹਿੰਦਾ ਵੀ ਆਈ ਸ਼ੇਅਰਡ ਦਿਸ ਇਨਫੋਰਮੇਸ਼ਨ, ਕ੍ਰੈਡੀਬਲ ਇਨਫੋਰਮੇਸ਼ਨ, ਲਫ਼ਜ਼ ਕ੍ਰੈਡੀਬਲ ਇਨਫੋਰਮੇਸ਼ਨ ਹੈ ਵਿਦ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ। ਇੱਥੇ ਪਹਿਲਾਂ ਸ਼ੇਅਰ ਕੀਤੀ ਹੈ, ਉਸ ਤੋਂ ਬਾਅਦ ਉਹਨੇ ਆਪਣੀ ਪਾਰਲੀਮੈਂਟ ਦੇ ਵਿੱਚ ਡਿਸਕਲੋਜ਼ ਕੀਤੀ। ਸੋ ਜਦੋਂ ਆਪਾਂ ਇਸ ਪੱਖ ਤੋਂ ਦੇਖੀਏ ਕਿ ਆਲਰੇਡੀ ਪ੍ਰਾਈਮ ਮਿਨਿਸਟਰ ਮੋਦੀ ਨਾਲ ਉਹ ਟੇਕ ਅਪ ਇਸ਼ੂ ਇਹ ਕਰ ਚੁੱਕਿਆ, ਜਿਹੜੇ ਬਿਆਨ ਉਹਨੇ ਕੈਨੇਡਾ ਦੀ ਪਾਰਲੀਮੈਂਟ ਵਿੱਚ ਦਿੱਤਾ ਹੈ। ਉਹ ਪਾਰਲੀਮੈਂਟ ਵਿੱਚ ਕਹਿ ਰਿਹਾ ਕਿ ਮੈਂ ਉੱਥੇ ਇਹ ਸ਼ੇਅਰ ਕਰਕੇ ਆਇਆ। ਮੈਨੂੰ ਲੱਗਦਾ ਇਸੇ ਕਰਕੇ ਹੀ ਜਿਹੜਾ ਬਿਹੇਵੀਅਰ ਉਹਦੇ ਨਾਲ ਇੱਥੇ ਹੋਇਆ ਉਹ ਹੁਣ ਅੰਡਰਸਟੈਂਡੇਬਲ ਹੈ। ਲਗਾਤਾਰ ਜਦੋਂ ਦਾ ਹਰਦੀਪ ਸਿੰਘ ਨਿੱਜਰ ਦੀ ਕਿਲਿੰਗ ਹੋਈ ਹੈ, ਸਿੱਖ ਡਾਇਸਪੋਰਾ ਖਾਸ ਕਰਕੇ ਇਹ ਅਕਿਊਜ਼ ਕਰ ਰਿਹਾ ਸੀਗਾ ਕਿ ਇਹਦੇ ਪਿੱਛੇ ਏਜੰਸੀ ਦਾ ਹੱਥ ਹੈ। ਪਹਿਲਾਂ ਪਾਕਿਸਤਾਨ ਦੇ ਵਿੱਚ ਪੰਜਵੜ ਦੀ ਕਿਲਿੰਗ ਹੁੰਦੀ ਹੈ, ਇਹ ਟੋਟਲ 5 ਡੈਥਸ ਹੁੰਦੀਆਂ ਇਸ ਪੀਰੀਅਡ ਦੇ ਵਿੱਚ, ਜਿਨ੍ਹਾਂ ਬਾਰੇ ਕਿੰਤੂ ਪਰੰਤੂ ਕੀਤਾ ਜਾਂਦਾ ਹੈ। ਇਸ਼ੂ ਪੋਲੀਟੀਕਲ ਹੈ ਇਸ ਵੇਲੇ, ਬਈ ਹੋਇਆ ਕੀ ਹੈ। ਵਾਈਟ ਹਾਊਸ ਤੇ ਆਸਟ੍ਰੇਲੀਆ ਦੋਵਾਂ ਦਾ ਰਿਐਕਸ਼ਨ ਸੇਮ ਹੈ, ਡੀਪਲੀ ਕੰਸਰਨਡ। ਇਹ ਰਿਐਕਸ਼ਨ ਸੀਰੀਅਸ ਹੈ। ਉਹਦਾ ਕਾਰਨ ਹੈ ਕੈਨੇਡਾ, UK, USA, ਆਸਟ੍ਰੇਲੀਆ, ਨਿਊਜ਼ੀਲੈਂਡ ਇੱਕ 5 ਆਈ ਇੰਟੈਲੀਜੈਂਸ ਗਰੁੱਪ ਹੈ। ਇਹ ਸਾਰੇ ਉਹਦੇ ਮੈਂਬਰ ਹੈ। ਉਹਦਾ ਮਤਲਬ ਇਹ ਹੈ ਕਿ ਇਹ ਸਾਰੇ ਇੰਟੈਲੀਜੈਂਸ ਸ਼ੇਅਰ ਕਰਦੇ। ਆਲਰੇਡੀ ਜਦੋਂ ਟਰੂਡੋ ਟੇਕਅਪ ਕਰਦਾ ਮੋਦੀ ਜੀ ਨਾਲ ਇਹ ਇਸ਼ੂ, 50 ਮੁਲਕਾਂ ਨੂੰ ਇਸ ਚੀਜ਼ ਦਾ ਪਤਾ ਸੀ। ਇਸੇ ਕਰਕੇ ਇਹ ਰਿਐਕਸ਼ਨ ਆਇਆ। ਹੁਣ ਮੋਦੀ ਜੀ ਵਿਸ਼ਵ ਗੁਰੂ ਕਲੇਮ ਕਰ ਰਹੇ ਹੈ ਆਪਣੇ ਆਪ ਨੂੰ ਕਿ ਇਹ ਕਿਸੇ ਵੱਡੇ ਜੀਓ ਪੋਲਿਟਿਕਸ ਦਾ ਹਿੱਸਾ ਹੈ ਜੋ ਕੁਝ ਹੋ ਰਿਹਾ। ਸਡਨਲੀ ਇੱਕ ਖਾਸ ਮੌਕੇ ਤੇ ਆ ਕੇ ਜਦੋਂ ਮੋਦੀ ਜੀ ਬਿਲਕੁਲ ਟੌਪ ਤੇ ਹੈ, ਉਸ ਵੇਲੇ ਇੱਕ ਸੀਰੀਅਸ ਐਡਾ ਵੱਡੀ ਬਲੇਮ ਕਰਨਾ, ਜਿਹੜੀ ਸਭ ਤੋਂ ਵੱਡੀ ਡੈਮੋਕ੍ਰੇਸੀ ਕਹੀ ਜਾ ਰਹੀ ਹੈ ਆਪਣੇ ਆਪ ਨੂੰ ਜੀ, ਉਸ ਵੇਲੇ ਤੇ ਇਹਦੇ ਰੈਪਰਕਸ਼ਨ ਬਹੁਤ ਦੂਰ ਤੱਕ ਜਾਂਦੇ ਆ। ਦੂਜੀ ਗੱਲ, ਹਿੰਦੁਸਤਾਨ ਦੇ ਵਿੱਚ ਹੁਣ ਇਹ 2024 ਦੀ ਇਲੈਕਸ਼ਨ ਦਾ ਮੁੱਦਾ ਬਣ ਸਕਦਾ ਹੈ। ਹੁਣ ਜਿਸ ਢੰਗ ਦੇ ਨਾਲ, ਜਾਂ ਢੰਗ ਛੱਡੋ, ਦੋਵਾਂ ਮੁਲਕਾਂ ਨੇ ਇੱਕ ਡਿਪਲੋਮੈਟ ਆਪਣਾ ਐਕਸਪੈਲ ਕਰਤਾ। ਜਦੋਂ ਡਿਪਲੋਮੈਟ ਐਕਸਪੈਲ ਕਰਦੇ ਆ, ਇਹਦਾ ਮਤਲਬ ਹੈ ਕਿ ਜਿਹੜੇ ਦੋਵਾਂ ਦੇ ਰਿਸ਼ਤੇ ਹੈ ਉਹ ਰੌਕ ਬਾਟਮ ਤੇ ਪਹੁੰਚ ਗਏ ਹੈ। ਇਸ ਤੋਂ ਬਾਅਦ ਨੈਕਸਟ ਸਟੈਪ ਹੁੰਦਾ ਵੀ ਦੋਵੇਂ ਵੈਸਟਰਨ ਵਾਪਸ ਕਰ ਲਓ, ਡਾਊਨਗ੍ਰੇਡ ਕਰ ਲਓ ਆਪਣੇ ਹਾਈ ਕਮਿਸ਼ਨ। ਸੋ ਇਹ ਗੱਲ ਸਿਰਫ ਇੰਨੀ ਕਿ ਨਹੀਂ ਹੈ ਕਿ ਕੈਨੇਡਾ ਅਕਿਊਜ਼ ਕਰ ਰਿਹਾ ਹੈ। ਇਸ਼ੂ ਦਾ ਸੰਬੰਧ ਪੰਜਾਬ ਨਾਲ ਹੈ, ਹਿੰਦੁਸਤਾਨੀ ਪੰਜਾਬ ਨਾਲ, ਇੰਡੀਅਨ ਪੰਜਾਬ ਤੋਂ। ਇੱਥੋਂ
ਸਿੱਧਾ ਰਿਸ਼ਤਾ ਕੈਨੇਡਾ ਦੇ ਨਾਲ ਇਸ ਮੁਲਕ ਦਾ ਬਣਿਆ ਹੋਇਆ ਪੀਪਲ ਟੂ ਪੀਪਲ, ਜੀ ਕੀ ਉਹ ਇਫੈਕਟ ਹੋਏਗਾ? ਤੌਖਲਾ ਜਿਹੜੇ ਸਾਡੇ ਲੋਕ ਇੱਥੇ ਪੰਜਾਬ ਦੇ ਹੈਗੇ ਆ, ਉਹਨਾਂ 'ਚ ਤੌਖਲਾ ਡੈਫੀਨੇਟਲੀ ਹੋਏਗਾ ਕਿ ਇਹਦਾ ਅਸਰ ਅਲਟੀਮੇਟਲੀ ਦੋਵਾਂ ਮੁਲਕਾਂ ਤੇ ਕੀ ਹੁੰਦਾ ਹੈ। ਲੇਕਿਨ ਹੁਣ ਡਿਨਾਈ ਤਾਂ ਚਲੋ ਕਰਤਾ, ਡਿਨਾਇਲ ਨਾਰਮਲ ਹੈ, ਇਹ ਫਾਰਮਲ ਇਹ ਹੁੰਦਾ ਹੈ ਕਿ ਜਦੋਂ ਕਿਸੇ ਮੁਲਕ ਤੇ ਕੋਈ ਐਲੀਗੇਸ਼ਨ ਐਸੀ ਲੱਗਦੀ ਹੈ ਉਹਦਾ ਡਿਨਾਇਲ ਨਾਰਮਲ ਹੈ। ਲੇਕਿਨ ਜਿਸ ਢੰਗ ਨਾਲ ਐਲੀਗੇਸ਼ਨ ਲੱਗੀ ਹੈ ਤੇ ਕ੍ਰੈਡੀਬਲ ਇਨਫੋਰਮੇਸ਼ਨ, ਜੇ ਉਹਨਾਂ ਨੇ ਇੱਥੇ ਇਸ ਧਰਤੀ ਤੇ ਆ ਕੇ ਐਲੀਗੇਸ਼ਨ ਲਾਈ ਸੀ ਤੇ ਮੇਰੇ ਖਿਆਲ 'ਚ ਉਸ ਵੇਲੇ ਇਹ ਗੱਲ ਸ਼ੇਅਰ ਹੋਣੀ ਚਾਹੀਦੀ ਸੀ ਇੰਡੀਆ ਵੱਲੋਂ ਕਿ ਸਾਡੇ ਤੇ ਐਲੀਗੇਸ਼ਨ ਲੱਗੀ ਗਈ। ਉਹ ਜਿਹੜਾ ਗੈਪ ਹੈ ਉੱਥੇ ਕੁਐਸਚਨ ਮਾਰਕ ਲੱਗ ਜਾਂਦਾ ਹੈ। ਹੁਣ ਜੇ ਇਹ ਜੀਓ ਪੋਲਿਟਿਕਸ ਦਾ ਹਿੱਸਾ ਹੈ ਕਿ ਇਹਦੇ ਵਿੱਚ ਯੂਕਰੇਨ ਵੀ ਇਹਦਾ ਪਾਰਟ ਹੈ ਇਸ ਜੀਓ ਪੋਲਿਟਿਕਸ ਦਾ। ਜਿਹੜਾ G20 ਤੇ ਰੈਜ਼ੋਲੂਸ਼ਨ ਪਾਸ ਕੀਤਾ ਗਿਆ ਉਹਦੇ 'ਚ ਜਿਹੜੇ ਪਿਛਲੀ G20 ਦੀ ਮੀਟਿੰਗ ਸੀਗੀ ਉਹ ਤੋਂ ਟੋਨ ਡਾਊਨ ਕੀਤਾ ਗਿਆ ਰੈਜ਼ੋਲੂਸ਼ਨ ਯੂਕਰੇਨ ਦੇ ਬਾਰੇ। ਸੋ ਇਹ ਸਾਰੇ ਲਾਈਨ ਅਪ ਜਿਹੜਾ ਵਿਸ਼ਵ ਗੁਰੂ ਸਾਡੀ ਬਣਨ ਦੀ ਕੋਸ਼ਿਸ਼ ਹੈ, ਇੱਕ ਤਾਂ ਉਹਨੂੰ ਥੱਲੇ ਲਿਆਂਦਾ ਇੱਕ ਨਾਲ ਦੇ ਨਾਲ ਹੀ, ਤੇ ਇੱਕ ਨਵਾਂ ਜੀਓ ਪੋਲੀਟੀਕਲ ਨੈਰੇਟਿਵ ਇਹ ਸ਼ੁਰੂ ਹੋ ਗਿਆ। ਗੱਲ ਸਿਰਫ ਖਾਲਿਸਤਾਨ ਦੀ ਰਹਿ ਗਈ, ਖਾਲਿਸਤਾਨ ਇਸ਼ੂ ਮੁੜ ਕੇ ਫਿਰ ਰਿਵਾਈਵ ਹੋ ਗਿਆ ਜਿਹੜਾ ਪੰਜਾਬ ਵਿੱਚ ਖਤਮ ਹੋ ਗਿਆ ਸੀ। ਸਰਦਾਰ ਹਰਮੀਤ ਸਿੰਘ ਜੀ, ਇਹ ਜੇ ਇਹਨੂੰ ਆਪ ਦੀ ਧਰਾਤਲ ਤੇ ਦੇਖੀਏ ਤਾਂ ਦੇਸ਼ ਤੋਂ ਦੇਸ਼ ਤੱਕ ਦਾ ਜੋ ਵੀ ਵਾਪਰ ਰਿਹਾ ਇਹਦੇ ਵਿੱਚ ਜੇ ਕਿਤੇ ਪੁਰਾਣੇ ਦੌਰ ਦੀਆਂ ਗੱਲਾਂ ਕਰੀਏ, ਮਾਸਟਰ ਤਾਰਾ ਸਿੰਘ ਦੇ ਵੇਲੇ ਦੀਆਂ, ਜਾਂ ਫਿਰ ਅੱਗੇ ਆਉਂਦੇ ਆਉਂਦੇ ਤੁਸੀਂ ਜਥੇਦਾਰ ਟੌੜਾ ਤੱਕ ਆ ਜਾਓ, ਰਾਜਨੀਤਿਕ ਤੇ ਧਾਰਮਿਕ ਲੀਡਰਸ਼ਿਪ ਇੱਕੋ ਤਰ੍ਹਾਂ ਦੀ। ਇਸ ਵੇਲੇ ਕੋਈ ਸਿੱਖਾਂ ਦਾ ਨੁਮਾਇੰਦਾ ਇਸ ਸਿੱਖ ਇਸ਼ੂ ਦੇ ਉੱਤੇ ਗੱਲ ਕਰੇ ਤੇ ਉਹਦੀ ਗੱਲ ਦੇ ਵਿੱਚ ਦਮ ਹੋਵੇ, ਉਹਦੀ ਗੱਲ ਦਾ ਅਸਰ ਲਈਏ ਅਸੀਂ ਲੋਕ ਤੇ ਉਹਨੂੰ ਕੋਟ ਕਰੀਏ, ਕਿਤੇ ਉਹਦੇ ਆਲੇ ਦੁਆਲੇ 'ਚ ਇੱਕ ਨੈਰੇਟਿਵ ਬਿਲਡ ਹੋਵੇ, ਉਹ ਆਪਣੀ ਕੌਮ ਨੂੰ ਕੁਝ ਕਵੇ ਤਾਂ ਕੌਮ ਮੰਨੇ, ਮਤਲਬ ਕਿਸੇ ਤਲਖੀ ਨੂੰ ਉਹ ਨਿਊਟਰਲਾਈਜ਼ ਕਰ ਸਕਦਾ ਹੋਵੇ ਤੇ ਲੋਡ ਪੈਣ ਤੇ ਉਹ ਪ੍ਰੈਸ਼ਰ ਬਿਲਡ ਕਰ ਸਕਦਾ ਹੋਵੇ ਗਵਰਨਮੈਂਟਸ ਦੇ ਉੱਤੇ। ਮੈਨੂੰ ਉਹ ਅਣਹੋਂਦ ਤੰਗ ਕਰ ਰਹੀ ਆ ਇਸ ਮੌਕੇ ਦੇ ਉੱਤੇ ਸਿੱਖ ਲੀਡਰਸ਼ਿਪ, ਕਿਉਂਕਿ ਸਿੱਖ ਮਸਲਾ ਹੈ, ਦੇਸ਼ਾਂ ਦੇ ਮਾਮਲੇ 'ਚ ਸਥਾਨਕ ਲੀਡਰਸ਼ਿਪ, ਇਹ ਮੈਨੂੰ ਲੱਗਦਾ ਅਣਹੋਂਦ ਵਰਗੀ ਸਥਿਤੀ 'ਚ ਹੈ। ਤੁਸੀਂ ਇਹਨੂੰ ਕਿਵੇਂ ਲੈ ਰਹੇ ਹੋ? ਸਾਡਾ ਕੋਈ ਖਾਸ ਵਾਲੀ ਵਾਰਸ ਨਹੀਂ ਜਿਹੜਾ ਨਾਜ਼ੁਕ ਮੌਕਿਆਂ ਤੇ ਸਥਿਤੀ ਸਾਂਭ ਸਕੇ। ਬੜੇ ਲੰਮੇ ਸਮੇਂ ਤੋਂ ਇਹ ਚਰਚਾ ਤਾਂ ਆਪਣੇ ਪੰਜਾਬ ਦੇ ਅੰਦਰ ਲਗਾਤਾਰ ਹੋ ਰਹੀ ਹੈ ਤੇ ਪੂਰੇ ਦੇਸ਼ ਦੇ ਅੰਦਰ ਵੀ ਜਿਹੜੇ ਸਿੱਖ ਭਾਈਚਾਰਾ ਓਵਰਆਲ ਹੈ, ਔਰ ਜਿਹੜੀਆਂ ਵੱਡੀਆਂ ਇੰਸਟੀਟਿਊਸ਼ਨਸ ਨੇ, ਵੱਡੀਆਂ ਇੰਸਟੀਟਿਊਸ਼ਨ ਜਥੇਦਾਰ ਅਕਾਲ ਤਖਤ ਦੀ ਇੱਕ ਇੰਸਟੀਟਿਊਸ਼ਨ ਹੈ ਜਿਹੜੀ ਗਲੋਬਲ ਲੈਵਲ ਤੇ ਸਿੱਖਾਂ ਨੂੰ ਕਿਸੇ ਢੰਗ ਨਾਲ ਜੋੜ ਕੇ ਰੱਖਦੀ ਹੈ ਤੇ ਉਹਦੇ ਮੁਤਾਬਕ ਉਹ ਗੱਲ ਕਰਦੀ ਹੈ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਭਾਵੇਂ ਉਹ ਗੁਰਦੁਆਰਿਆਂ ਦੇ ਪ੍ਰਬੰਧ ਦੀ ਗੱਲ ਹੈ, ਪਰ ਉਹ ਇੱਕ ਪੋਲੀਟੀਕਲੀ ਤੇ ਜਿਹੜਾ ਸੋਸ਼ੋ ਪੋਲੀਟੀਕਲ ਐਂਗਲ ਤੋਂ ਉਹ ਟਰੀਟ ਕਰਦੀ ਰਹੀ ਹੈ ਮੁੱਦਿਆਂ ਨੂੰ, ਸਾਰਿਆਂ ਤੇ ਕਮੈਂਟ ਕਰਨਾ, ਸਾਰਿਆਂ ਨੂੰ ਵਾਚ ਕਰਨਾ ਉਸ ਲੈਵਲ ਤੇ, ਜਾਂ ਨਰੋਲ ਪੋਲੀਟੀਕਲ ਐਂਗਲ ਤੇ ਸ਼੍ਰੋਮਣੀ ਅਕਾਲੀ ਦਲ ਜਿਹਨੂੰ ਅਸੀਂ ਇਹ ਕਹਿੰਦੇ ਰਹੇ। ਤੇ ਹੁਣ ਚੱਲਦੇ ਇੱਥੇ ਤੱਕ ਆਉਂਦੇ ਜਿਹੜੀਆਂ ਤਿੰਨੇ ਇੰਸਟੀਟਿਊਸ਼ਨ ਦਾ ਰੁਤਬਾ ਹੈ ਜਿਹੜਾ ਉਹ ਲਗਾਤਾਰ ਉਹਦਾ ਮਿਆਰ 'ਚ ਕੱਲੇ ਅਸੀਂ ਨਹੀਂ, ਪਿਛਲਾ ਜਿਹੜੇ ਜਥੇਦਾਰ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕਈ ਵਾਰ ਕਹਿ ਚੁੱਕੇ ਨੇ ਕਿ ਸਾਡੇ ਰੁਤਬੇ ਜਿਹੜੇ ਖਤਮ ਹੋ ਗਏ, ਸਾਡੀ ਹੁਣ ਉਹ ਸੁਣਵਾਈ ਨਹੀਂ, ਸਾਨੂੰ ਮੀਟਿੰਗਾਂ ਤੱਕ ਨਹੀਂ ਮਿਲਦੀਆਂ, ਸਾਡੀਆਂ ਬਾਕੀ ਨਹੀਂ, ਇਹਨਾਂ ਨੂੰ ਜੇ ਉਭਾਰਨਾ ਤਾਂ ਕੀ ਕੀਤਾ ਜਾਣਾ ਚਾਹੀਦਾ ਹੈ, ਪੁਰਾਣਾ ਮਾਹੌਲ 'ਚ ਆ ਜਾਓ, ਲੋਕਾਂ 'ਚ ਵਿਚਰੋ, ਲੋਕਾਂ ਨੂੰ ਦੁਬਾਰਾ ਪੰਥ ਕਰਾਓ, ਰੀਤਾਂ 'ਚ ਲਿਆਓ, ਉਹ ਕਦਰਾਂ ਕੀਮਤਾਂ 'ਚ ਜਾਓ, ਉਹ ਸਾਰੀਆਂ ਚੀਜ਼ਾਂ ਹੁੰਦੀਆਂ ਰਹੀਆਂ ਨੇ ਲਗਾਤਾਰ ਉਸੇ ਮਾਮਲੇ ਦੇ ਵਿੱਚ। ਹੁਣ ਇੱਕ ਰਸਮੀ ਕਮੈਂਟ ਤਾਂ ਆਏ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਆਇਆ ਤੇ ਅਕਾਲੀ ਦਲ ਵੱਲੋਂ ਵੀ ਆਇਆ। ਹਜੇ ਮੈਂ ਜਥੇਦਾਰ ਅਕਾਲ ਤਖਤ ਵੱਲੋਂ ਨਹੀਂ ਕੋਈ ਸੁਣਿਆ ਕੋਈ ਕੀ ਵਜਨ ਆਇਆ ਉਸ ਪੱਧਰ ਦੇ ਉੱਤੇ, ਕੋਈ ਬਿਆਨ ਆਇਆ ਹੋਵੇ ਜਾਂ ਕੋਈ ਗੱਲ ਕੀਤੀ ਹੋਵੇ। ਇਸ ਲਈ ਸਮੁੱਚੇ ਮਾਹੌਲ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਸਿਰ ਜੋੜ ਕੇ ਕੋਈ ਇਹੋ ਜਿਹਾ ਪੰਥਕ ਗਰੁੱਪ ਧੜਾ ਜਿਹੜਾ ਸਾਰਿਆਂ ਦੀ ਨੁਮਾਇੰਦਗੀ ਦੇ ਰੂਪ ਦੇ ਵਿੱਚ ਇੱਕ ਸਾਂਝੀ ਹੋਵੇ, ਇਹੋ ਜਿਹੇ ਮੁੱਦਿਆਂ ਤੇ ਕੋਈ ਐਮਰਜੈਂਸੀ ਮੀਟਿੰਗ, ਕੋਈ ਆਲ ਆਰਗੇਨਾਈਜੇਸ਼ਨ ਦੀ ਮੀਟਿੰਗ, ਕੋਈ ਬਾਕੀ ਦੀਆਂ ਚੀਜ਼ਾਂ, ਜਿਹੜਾ ਇੰਨੇ ਜੋਗੀ ਐਕਟੀਵਿਟੀ ਕਰਨ ਦੇ ਸਮਰੱਥ ਵੀ ਹੋਵੇ, ਕੋਈ ਲੀਡਰ ਜਿਹੜਾ ਇਹ ਸੱਦਦਾ ਹੋਵੇ ਵੀ ਆਓ, ਇਹ ਬਹੁਤ ਬੜਾ ਮੁੱਦਾ ਹੈ, ਪੂਰੇ ਭਾਈਚਾਰੇ ਦੇ ਨਾਲ ਇਹ ਜੁੜਿਆ ਹੋਇਆ ਮੁੱਦਾ ਹੈ। ਓਵਰਆਲ ਕੈਨੇਡਾ ਦੇ ਵਿੱਚ ਵੀ ਐਡਾ ਵੱਡਾ ਭਾਈਚਾਰਾ, ਦੁਨੀਆ ਦੇ ਦੂਜੇ ਥਾਵਾਂ ਤੇ ਵੀ ਤੇ ਇੱਥੇ ਵੀ, ਆਪਾਂ ਬੈਠ ਕੇ ਸਿਰ ਜੋੜ ਕੇ ਬੈਠੀਏ, ਦੇਖੀਏ, ਸਟ੍ਰੈਟਜੀ ਬਣਾਈਏ ਕਿ ਤੇ ਹੁਣ ਕੀ ਕਰਨਾ ਚਾਹੀਦਾ ਹੈ ਐਜ ਏ ਮਿਨੋਰਟੀ ਕਮਿਊਨਿਟੀ ਦੇ ਤੌਰ ਤੇ। ਮੈਨੂੰ ਨਹੀਂ ਲੱਗਦਾ ਕੋਈ ਇਹੋ ਜਿਹਾ ਸੱਦੇ ਦੀ ਸੰਭਾਵਨਾ ਵੀ ਤੁਰੰਤ ਨਹੀਂ ਲੱਗਦੀ ਤੇ ਕਦ ਵੀ ਉਸ ਪੱਧਰ ਦੇ ਉੱਤੇ ਨਹੀਂ ਲੱਗਦੇ ਕਿ ਉਸ ਮਾਮਲੇ ਦੇ ਵਿੱਚ ਹੈ। ਔਰ ਨਹੀਂ ਤਾਂ ਪਾਰਲੀਮੈਂਟ ਸੀਗੀ, ਜਿਵੇਂ ਅੱਜ ਸਾਡੀ ਪਾਰਲੀਮੈਂਟ ਚੱਲ ਰਹੀ ਸੀ, ਪ੍ਰਧਾਨ ਮੰਤਰੀ ਨੂੰ ਉਹ ਦੇਣਾ ਚਾਹੁੰਦੇ ਕਿ ਪੰਜਾਬ ਨਾਲ ਰਿਲੇਟਡ ਮੈਂਬਰ ਪਾਰਲੀਮੈਂਟ
ਇਸ ਮੁੱਦੇ ਤੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਵੀ ਨਹੀਂ ਕਰ ਸਕਦੇ ਕਿ ਵੀ ਜਾ ਕੇ ਵੀ ਗੱਲ ਕੀ ਹੈ ਜੀ, ਇਹ ਮਾਮਲਾ ਸਾਡਾ, ਅਸੀਂ ਬੀਇੰਗ ਸਿੱਖ ਰਿਪਰੈਜ਼ੈਂਟੇਟਿਵ ਪੰਜਾਬ ਦੇ ਨਾਲ ਜੁੜੇ ਹੋਣ ਕਰਕੇ ਇੱਕ ਭਾਈਚਾਰਾ ਹੈ, ਉਹਦੇ ਬਾਰੇ ਇਹ ਕਲੈਸ਼ ਸ਼ੁਰੂ ਹੋ ਰਿਹਾ ਹੈ, ਆਪਾਂ ਦੱਸੋ ਕੀ ਕਰਨਾ ਇਹਦੇ ਤੇ, ਕੋਈ ਨਾ ਕੋਈ ਗੱਲ ਸਾਨੂੰ ਤਾਂ ਪਤਾ ਹੋਣੀ ਚਾਹੀਦੀ ਹੈ ਐਜ ਏ ਕਮਿਊਨਿਟੀ। ਪੋਲੀਟੀਕਲ ਲੀਡਰਸ਼ਿਪ ਦੇ ਮੈਨੂੰ ਲੱਗਦਾ ਸਾਡੇ ਦਿਮਾਗ 'ਚ ਵੀ ਨਹੀਂ ਆਉਣ ਦੀ ਗੱਲ ਹੋਏਗੀ। ਉੱਥੇ ਗਏ ਨੇ ਐਮਪੀ ਸਾਰੇ ਨੇ ਨਾ ਸਾਡੇ, ਆਫਟਰ ਆਲ ਰਾਜ ਸਭਾ ਦੇ ਐਮਪੀ ਵੀ ਨੇ ਤੇ ਸਾਡੇ ਲੋਕ ਸਭਾ ਦੇ ਵੀ ਐਮਪੀ ਨੇ, ਪਾਰਟੀ ਜਿਹੜੀ ਮਰਜ਼ੀ ਹੋਵੇ। ਔਰ ਜਦੋਂ ਇੱਕ ਗੱਲ ਹੁੰਦੀ ਹੈ ਕਿ ਪੇਰੈਂਟ ਸਟੇਟ ਹੁੰਦੀ ਹੈ, ਜਿਹੜੇ ਬੰਦੇ ਗਏ ਹੋਏ ਨੇ ਨਾ, ਪੇਰੈਂਟ ਸਟੇਟ ਕਿਹੜੀ ਹੈ ਉਹਨਾਂ ਦੀ, ਉਹ ਪੰਜਾਬ ਹੈ। ਜਦੋਂ ਉੱਥੇ ਕੋਈ ਚਿੰਤਾ ਹੋਏਗੀ ਤਾਂ ਇੱਥੇ ਵਾਲਿਆਂ ਨੂੰ ਵੀ ਚਿੰਤਾ ਉਸ ਪੱਧਰ ਦੇ ਉੱਤੇ ਹੋਏਗੀ। ਤੇ ਇਹਦੇ ਨਾਲ ਦੀ ਨਾਲ ਅਗਲੀ ਗੱਲ ਇੱਕ ਹੋਰ ਹੈ ਕਿ ਇੱਥੇ ਜਿਹੜਾ ਇਹ ਪੋਲੀਟੀਕਲ ਖਲਾ ਹੈ ਅਸਲ 'ਚ, ਜੇ ਮੋਡਰੇਟ ਤੌਰ ਤੇ ਤੁਸੀਂ ਇਹਦੇ ਸਮਰੱਥ ਨਹੀਂ ਹੋਵੋਗੇ ਇਹੋ ਜਿਹੇ ਖਲਾ ਦੇ ਮੌਕੇ ਕੰਮ ਕਰਨ 'ਚ, ਇਹਨੂੰ ਐਡਰੈਸ ਕਰਨ 'ਚ ਇਹਨਾਂ ਮੁੱਦਿਆਂ ਨੂੰ, ਤਾਂ ਇਸ ਵੈਕਿਊਮ ਨੂੰ ਕੋਈ ਵੀ ਕਿਵੇਂ ਭਰੂਗਾ, ਇਹ ਸਾਡੇ ਸਾਹਮਣੇ ਆਉਣਗੀਆਂ ਉਸ ਲੈਵਲ ਦੀਆਂ ਚੀਜ਼ਾਂ। ਇਹ ਖਲਾ 'ਚ ਕੀ ਹੋ ਸਕਦਾ ਹੈ, ਇਹ ਅਸੀਂ ਕਿਆਸ ਵੀ ਨਹੀਂ ਸ਼ਾਇਦ ਕਰ ਸਕਦੇ ਉਸ ਪੱਧਰ ਦੇ ਉੱਤੇ ਕਿ ਕਿਹੋ ਜਿਹੀਆਂ ਚੀਜ਼ਾਂ ਵਾਪਰ ਸਕਦੀਆਂ ਨੇ। ਉਹ ਵੀ ਉਦੋਂ ਜਦੋਂ ਇੰਟਰਨੈਸ਼ਨਲੀ ਫਿਰ ਤੁਹਾਡੀ ਸਪੋਰਟ ਘਟ ਜਾਂਦੀ ਆ ਆਪਸ ਦੇ ਵਿੱਚ, ਉਹ ਸਪੋਰਟ ਦੂਜੇ ਪਾਸੇ ਚਲੀ ਜਾਂਦੀ ਆ ਵੀ ਕੋਈ ਗੱਲ ਨਹੀਂ ਅਸੀਂ ਵੀ ਦੇਖਦੇ ਹਾਂ। ਜੇ ਕੰਟਰੀ ਇਹ ਮਿਥ ਲੈਣ ਮੰਨ ਲਓ, ਜਿਹੜੇ ਕੰਟਰੀਆਂ ਦੀ ਬਹੁਤ ਨੇੜਤਾ ਹੈ, ਇਦੋਂ ਪਹਿਲਾਂ ਵੀ ਜਿੰਨੀਆਂ ਵੱਖ-ਵੱਖ ਚੱਲਦਾ ਰਹੇ ਨੇ, ਕਿੰਨੇ ਥਾਂ ਤੇ ਅਮਰੀਕਾ, ਕਿੰਨੇ ਥਾਂ ਤੇ ਰੂਸ, ਕਿੰਨੇ ਥਾਂ ਤੇ ਪੈਨੀਟ੍ਰੇਸ਼ਨ ਕਰਾਉਂਦੇ ਹੀ ਰਹੇ ਨੇ ਮੂਵਮੈਂਟਾਂ ਦੇ ਵਿੱਚ, ਔਰ ਮੂਵਮੈਂਟਾਂ ਖੜੀਆਂ ਕਰਨ 'ਚ, ਸਸਟੇਨ ਕਰਨ 'ਚ ਰੋਲ ਪਲੇ ਕਰਦੇ ਹੀ ਰਹੇ ਨੇ ਉਸ ਪੱਧਰ ਦੇ ਉੱਤੇ। ਉਹ ਮੂਵਮੈਂਟਾਂ ਨਾਰਮਲੀ ਨਾਲੇ ਹਥਿਆਰ ਵਿਕਦੇ ਸੀ, ਨਾਲੇ ਉਹ ਉਸ ਢੰਗ ਦੇ ਨਾਲ ਇਹ ਵੀ ਕਹਿੰਦੇ ਸੀ ਵੀ ਸ਼ਾਂਤੀ ਰੱਖੋ, ਸ਼ਾਂਤੀ ਰੱਖੋ, ਨਾਲੇ ਆਪਣੇ ਆਪ ਨੂੰ ਵੱਡਾ ਬਣਾਉਣਾ ਤੇ ਨਾਲੇ ਸਾਰਾ ਵਪਾਰ ਵੀ ਕਰ ਲੈਣਾ ਤੇ ਬਾਕੀ ਦੇ ਸਿਰ ਤੇ ਕਟਕ ਵੀ ਚਾੜ ਦੇਣਾ। ਉਸ ਗਵਰਨਮੈਂਟ ਨੂੰ ਵੀ ਕਹਿਣਾ ਵੀ ਕੋਈ ਗੱਲ ਨਹੀਂ, ਨੀਵੀਂ ਹੋ ਕੇ ਆ, ਤੇ ਦੂਜੇ ਤੁਹਾਡੇ ਕੋਲ ਹੁੰਦੇ ਨੇ। ਇਹ ਗਲੋਬਲ ਪੋਲਿਟਿਕਸ ਦਾ ਹਿੱਸਾ ਨੇ ਸਾਰੀਆਂ ਘਟਨਾਵਾਂ ਜਦੋਂ ਵਾਪਰ ਰਹੀਆਂ ਨੇ, ਕਿਤੇ ਵੀ ਜਾਂਦੇ ਨੇ ਜਾਂ ਕਿਤੇ ਹੋਰ ਜਾਂਦੀਆਂ ਨੇ। ਇਸ ਕਰਕੇ ਇਹ ਚਿੰਤਾ ਦੀ ਗੱਲ ਹੈਗੀ ਘਰੇਲੂ ਤੌਰ ਦੇ ਉੱਤੇ। ਔਰ ਫਿਰ ਵੀ ਜਿਹੋ ਜਿਹੀ ਲੀਡਰਸ਼ਿਪ ਹੈ, ਜਿਹੋ ਜਿਹੇ ਲੋਕ ਹੈ, ਇੱਕ ਦਿਨ 'ਚ ਲੀਡਰ ਨਹੀਂ ਬਣਦਾ, ਪਰ ਉਹਦਾ ਇਲਾਜ ਇੱਕੋ ਹੀ ਹੈ ਕਿ ਕੀ ਉਹ ਸੰਵਾਦ ਆਪਸ 'ਚ ਕਰਕੇ ਕੋਈ ਸਟ੍ਰੈਟਜੀ ਬਣਾਉਣ ਦੇ ਕਾਬਿਲ ਹੈ। ਇਹੋ ਜਿਹੀ ਪਹਿਲ ਕਦਮੀ ਕੋਈ ਕੀਤੀ ਜਾ ਸਕਦੀ ਹੈ ਆਪਸ 'ਚ, ਜਥੇਦਾਰ ਅਕਾਲ ਤਖਤ ਵੱਲੋਂ ਹੋਵੇ, ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਹੋਵੇ, ਉਹ ਵੱਖ-ਵੱਖ ਤਰੀਕਿਆਂ ਦੀ ਗੱਲ ਹੋਵੇ। ਔਰ ਜੇਕਰ ਇਹ ਲੰਕਾ 'ਚ ਵੀ ਕੋਈ ਘਟਨਾ ਵਾਪਰਦੀ ਸੀ, ਤਾਮਿਲ ਇਕੱਠੇ ਹੁੰਦੇ ਨੇ ਤੇ ਤਾਮਿਲ ਇਕੱਠੇ ਹੋ ਕੇ ਗੱਲ ਕਰਦੇ ਨੇ, ਪ੍ਰਾਈਮ ਮਿਨਿਸਟਰ ਨਾਲ ਵੀ ਕਰਦੇ ਨੇ, ਆਪਣੀ ਕਮਿਊਨਿਟੀ ਨਾਲ ਵੀ ਕਰਦੇ ਨੇ। ਪਾਰਟੀਬਾਜੀ ਤੋਂ ਉੱਪਰ ਉੱਠ ਕੇ ਉਹ ਆਪਣੇ ਇੱਕ ਸੈਟਅਪ ਦੇ ਵਿੱਚ ਵਿਚਰਦੇ ਵੀ ਨੇ, ਰਿਐਕਟ ਵੀ ਕਰਦੇ ਨੇ ਉਹ ਸਾਰੇ ਮਾਮਲੇ ਦੇ ਵਿੱਚ। ਤੇ ਇਹੋ ਜਿਹੇ ਜਿਹੜੇ ਟਰਨਿੰਗ ਪੁਆਇੰਟ ਆਉਂਦੇ ਨੇ ਲਾਈਫ ਦੇ, ਉਦੋਂ ਲੀਡਰਸ਼ਿਪ ਦੀ ਅਣਹੋਂਦ ਜ਼ਿਆਦਾ ਖਲਕਦੀ ਹੈ ਤੇ ਜ਼ਿਆਦਾ ਮਹਿਸੂਸ ਹੁੰਦੀ ਹੈ ਕਿ ਕਿਸ ਲੈਵਲ ਦਾ ਹੋਵੇ। ਉਹੇ ਜਿਹੀ ਲੀਡਰਸ਼ਿਪ ਲਈ ਇੱਕ ਮੌਕਾ ਵੀ ਹੁੰਦਾ ਹੈ ਕਿ ਇਹਨਾਂ ਸਮਿਆਂ 'ਚ ਛੋਟੀ ਲੈਵਲ ਦੀਆਂ ਚੀਜ਼ਾਂ ਛੱਡ ਕੇ ਵੱਡੇ ਬਣਨ ਦਾ ਇੱਕ ਮੌਕਾ ਵੀ ਹੁੰਦਾ ਹੈ। ਔਰ ਉਹ ਕੌਣ ਰੋਲ ਪਲੇ ਕਰੇਗਾ ਇਹਨਾਂ ਸੰਸਥਾਵਾਂ ਦੇ ਵਿੱਚੋਂ, ਇਹਦੀ ਉਡੀਕ ਰਹੇਗੀ ਓਵਰਆਲ ਗਲੋਬਲ ਪੱਧਰ ਤੇ ਵੱਖ-ਵੱਖ ਮਾਮਲਿਆਂ ਦੇ ਉੱਤੇ। ਇਸੇ ਲਈ ਕਿਹਾ ਜਾਂਦਾ ਹੁੰਦਾ ਜਦੋਂ ਹਾਲਾਤ ਵਿਗੜਦੇ ਨੇ, ਤੁਹਾਡਾ ਜੇ ਇੱਕ ਕਿੱਲਾ ਨਹੀਂ, ਇੱਕ ਖਿੱਤਾ ਨਹੀਂ ਐਡਾ ਮਜ਼ਬੂਤ ਜਿਹੜਾ ਖਿੱਤਾ ਤੁਹਾਡੀ ਬਾਹ ਫੜ ਸਕੇ, ਜਦੋਂ ਕਿਤੇ ਇਹ ਹਾਲਾਤ ਇਹੋ ਜਿਹੇ ਬਣਦੇ ਨੇ, ਉਹਦੀ ਲੋੜ ਉਦੋਂ ਪਤਾ ਲੱਗਦੀ ਹੈ ਕਿ ਉਹ ਕਿੰਨੀ ਜ਼ਰੂਰੀ ਚੀਜ਼ ਹੁੰਦੀ ਹੈ। ਉਹਦੇ ਤੋਂ ਬਿਨਾਂ ਤੁਸੀਂ ਨਹੀਂ ਵਿਚਰ ਸਕਦੇ ਹੁੰਦੇ ਜੀਵਨ ਦੇ ਵਿੱਚ। ਇਸੇ ਲਈ ਪੰਜਾਬ ਦਾ ਬਚਣਾ, ਇਸੇ ਲਈ ਪੰਜਾਬ ਦੇ ਵਿੱਚ ਇੱਕ ਬਿਹਤਰ ਪੋਲੀਟੀਸ਼ੀਅਨ ਜਿਹਦਾ ਹੋਣਾ, ਇਸੇ ਲਈ ਪੰਜਾਬ ਦਾ ਇਕਨੋਮਿਕਲੀ ਸਾਊਂਡ ਹੋਣਾ, ਇਸੇ ਲਈ ਪੰਜਾਬ ਦਾ ਸੱਭਿਆਚਾਰਕ ਭਾਈਚਾਰਕ ਤੌਰ ਤੇ ਮਜ਼ਬੂਤ ਹੋਣਾ, ਇਹ ਸਭ ਤੋਂ ਇੰਪੋਰਟੈਂਟ ਚੀਜ਼ਾਂ ਨੇ ਉਸ ਮਾਮਲੇ ਨੂੰ ਦੇਖਦੇ ਹੋਏ। ਸਰਦਾਰ ਜਗਤਾਰ ਸਿੰਘ, ਪਿਛਲੇ ਸਮੇਂ ਦੇ ਵਿੱਚ ਭਾਵੇਂ ਇੰਗਲੈਂਡ ਸੀ, ਭਾਵੇਂ ਕੈਨੇਡਾ ਸੀ, ਅਮਰੀਕਾ ਦੇ ਕੁਝ ਹਿੱਸਿਆਂ ਦੇ ਵਿੱਚ ਲੋਕਾਂ ਨੇ ਡੈਮੋਨਸਟ੍ਰੇਸ਼ਨ ਪ੍ਰਦਰਸ਼ਨ ਕੀਤੇ ਖੇਤੀ ਬਿੱਲਾਂ ਤੋਂ ਬਾਅਦ ਵੀ। ਇਹ ਪ੍ਰਦਰਸ਼ਨ ਜਦੋਂ ਵੀ ਹੁੰਦੇ ਰਹੇ ਆ, ਉੱਥੇ ਆਪ ਉਦਰਾਪਣ ਤਾਂ ਹੁੰਦਾ ਹੀ ਰਿਹਾ। ਸੋ ਆਪ ਮੁਹਾਰਾਪਣ, ਆਪ ਉਦਰਾਪਣ ਇੱਕ ਮੌਬ ਕ੍ਰੀਏਟ ਕਰ ਦਿੰਦੇ ਤੇ ਮੁੜ ਕੇ ਬਣੇ ਹੋਏ ਪ੍ਰੋਗਰਾਮ, ਮਿੱਥੇ ਹੋਏ ਜਿਹੜੇ ਪ੍ਰੋਗਰਾਮ ਹੁੰਦੇ ਆ, ਉਹਨਾਂ 'ਚ ਖਲਲ ਪੈ ਜਾਂਦਾ ਤੇ ਲੋਕ ਕਈ ਵਾਰੀ ਸਾੜ ਫੂਕ ਤੇ ਵੱਟੇਬਾਜ਼ੀ ਦੀਆਂ ਚੀਜ਼ਾਂ ਵੀ ਕਰਨ ਲੱਗ ਪੈਂਦੇ ਆ। ਇਹੀ ਸਮਾਂ ਹੁੰਦਾ ਜਦੋਂ ਲੀਡਰਸ਼ਿਪ ਦੀ ਅਣਹੋਂਦ, ਉਹਨਾਂ ਦੀ ਕਮੀ ਖਲਦੀ ਆ। ਪੰਜਾਬ ਦੇ ਵਿੱਚੋਂ ਅਕਾਲ ਤਖਤ ਸਾਹਿਬ ਤੇ ਜਥੇਦਾਰ ਦੀ ਪਿਛਲੇ ਸਮੇਂ 'ਚ, ਮੈਂ ਤਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਦੋਸ਼ੀ ਮੰਨਦਾ ਹੈ, ਉਹ ਵੀ ਸਤਈ ਜੇ ਲੋੜ ਪੈਣ ਤੇ ਜਦੋਂ ਕਿਤੇ ਕਿਸੇ ਸੰਸਥਾ ਨੂੰ ਲੋੜ ਆ ਉਦੋਂ ਹੀ ਗੱਲ ਕਰਦੇ ਰਹੇ ਆ। ਅਸੀਂ ਲੀਡਰਸ਼ਿਪ ਫਰਾਹਮ ਨਹੀਂ ਕਰ ਸਕੇ। ਜੇ ਮੰਨ ਲਓ ਸਾਡੀ ਪੋਲੀਟੀਕਲ ਲੀਡਰਸ਼ਿਪ ਫੇਲ ਹੋ ਗਈ ਸੀ ਜਾਂ ਉਹਨਾਂ ਦੀ ਗੱਲ ਕੋਈ ਸੁਣਨ ਲਈ ਤਿਆਰ ਨਹੀਂ, ਮੰਨ ਲਓ ਕੈਨੇਡਾ 'ਚ ਬੈਠੇ ਸਿੱਖ ਕਿਤੇ ਪ੍ਰਦਰਸ਼ਨ ਲਈ ਜਾ ਰਹੇ ਆ ਤਾਂ ਮੂਲੋਂ ਰੱਦ ਕਰਦੇ ਆ। ਸਾਡੀ ਪੋਲੀਟੀਕਲ ਕਲਾਸ ਤਾਂ ਹੁਣ ਉਧਰ ਜਾ ਕੇ ਵੀ ਪ੍ਰਵਾਨਿਤ ਨਹੀਂ ਹੈ, ਲੋਕ ਉਹਨਾਂ ਨੂੰ ਵੰਡ ਵੀ ਨਹੀਂ ਦਿੰਦੇ, ਬਹੁ ਗਿਣਤੀ ਲੋਕ ਜਿਹੜੇ ਆ। ਤਾਂ ਮੈਂ ਇਹ ਤੁਹਾਡੇ ਕੋਲ ਸਮਝਣਾ ਚਾਹੁੰਦਾ ਹੈ ਕਿ ਹੁਣ ਵੀ ਸਾਡੇ ਕੋਲੋਂ ਅਣਹੋਂਦ ਆ, ਸਾਡੇ ਕੋਲੋਂ ਚੌਕਟਾ ਨਹੀਂ, ਸਾਡੇ ਕੋਲ ਉਸ ਤਰ੍ਹਾਂ ਦਾ ਇੱਕ ਆਵਾਜ਼ ਦਿੱਤੇ ਤੇ ਰੁਕਣ ਵਾਲੇ ਲੋਕ ਨਹੀਂ, ਉਹ ਲੀਡਰ ਵੀ ਹੈ ਨਹੀਂ ਜਿਹੜੇ ਖੜੇ ਹੋਣ ਤੇ ਉਹਨਾਂ ਦੇ ਮਗਰ ਲੋਕ ਖੜ ਜਾਣ। ਸੋ ਇਹ ਸਥਿਤੀ ਕਾਫੀ ਮੈਨੂੰ ਲੱਗਦਾ ਖਤਰਨਾਕ ਦਿਸ਼ਾ ਅਖਤਿਆਰ ਕਰ ਸਕਦੀ।
ਨਹੀਂ, ਪਹਿਲਾਂ ਤਾਂ ਤੁਸੀਂ ਦੇਖੋ ਵੀ ਸਾਡੇ ਸੋਸ਼ਲ ਮੀਡੀਆ ਤੇ ਰਿਐਕਸ਼ਨ ਕਿਵੇਂ ਹੁੰਦਾ ਹੈ। ਕਿਸਾਨ ਸਟਰਗਲ ਉਹਨੂੰ ਖਾਲਿਸਤਾਨੀ ਕਿਹਾ ਗਿਆ, ਲਗਾਤਾਰ ਹੀ ਇੱਕ ਸਸਟੇਨਡ ਕੰਪੇਨ ਚੱਲੀ ਕਿ ਖਾਲਿਸਤਾਨੀ ਇਕੱਠੇ ਹੋਏ ਹੋਏ ਆ, ਜਿਹੜੀ ਨਿਰੋਲ ਇੱਕ ਆਰਥਿਕ ਇਸ਼ੂਜ਼ ਤੇ ਹੋਣ ਦੀ ਲੜਾਈ ਸੀਗੀ, ਉਹਨੂੰ ਖਾਲਿਸਤਾਨ ਦੀ ਲੜਾਈ ਪੇਸ਼ ਕੀਤਾ ਗਿਆ। ਉਹ ਲੋਕ ਕੌਣ ਸੀਗੇ? ਇਹ ਅੱਜ ਵੀ ਸਵੇਰ ਦਾ ਰੌਲਾ ਪੈ ਰਿਹਾ ਹੈ ਇਹੀ ਸੈਕਸ਼ਨ। ਇਹ ਛੱਡੋ ਤੁਸੀਂ ਕਿਸਾਨੀਜ਼ੇਸ਼ਨ। ਇੱਕ ਮੈਨੂੰ ਹੁਣ ਪਤਾ ਲੱਗਿਆ, ਕੱਲ ਪਰਸੋਂ ਹੀ ਪਤਾ ਲੱਗਿਆ ਸੀਗਾ ਕਿ ਆ ਕ੍ਰਿਕਟਰ ਮੁੰਡਾ ਜਿਹੜਾ ਹੁਣ ਦੀ ਟੀਮ ਹੈ, ਕੋਈ ਗਿੱਲ, ਕੋਈ ਉਹਦੇ ਬਾਰੇ ਕੰਪੇਨ ਚੱਲੀ ਸੀ ਕਿਸੇ ਵੇਲੇ ਕਿ ਖਾਲਿਸਤਾਨੀ। ਮਤਲਬ ਜਿਹੜਾ ਇਹ ਪਰਸੈਪਸ਼ਨ ਬਿਲਡ ਹੋਈ ਵੀ ਇਹ ਸਿੱਖਾਂ ਦੇ ਬਾਰੇ ਗੱਲ ਗੱਲ ਤੇ ਮਤਲਬ ਕਿ ਬਲੇਮ ਕਰਨਾ ਵੀ ਇਹ ਖਾਲਿਸਤਾਨੀ ਹੈਗਾ ਸੋਸ਼ਲ ਮੀਡੀਆ ਤੇ, ਇਹ ਬਹੁਤ ਸੀਰੀਅਸ ਕੰਪੇਨ ਆਪਣੇ ਆਪ ਦੇ ਵਿੱਚ। ਇੱਥੇ ਇਹ ਗੱਲਾਂ ਹੋਇਆ ਕਰਦੀਆਂ ਸਾਰੀਆਂ। ਹੁਣ ਕੈਨੇਡਾ ਦੇ ਵਿੱਚ ਤੁਸੀਂ ਖੁਦ ਹੀ ਗੱਲ ਕੀਤੀ ਹੈ ਕਿ ਜਿਹੜੀ ਅਕਾਲੀ ਦਲ ਦੀ ਲੀਡਰਸ਼ਿਪ ਹੈ ਤਾਂ ਉੱਥੇ ਜਾ ਹੀ ਨਹੀਂ ਸਕਦੀ। ਉੱਥੇ ਖਾਸ ਕਰਕੇ ਬਲੂ ਸਟਾਰ ਤੋਂ ਬਾਅਦ US ਵਿੱਚ ਵੀ, ਕੈਨੇਡਾ 'ਚ ਖਾਸ ਕਰਕੇ ਹਰ ਵਿਸਾਖੀ ਤੇ ਇੱਕ ਬਹੁਤ ਵੱਡਾ ਪ੍ਰੋਸੈਸ਼ਨ ਨਿਕਲਿਆ ਕਰਦਾ ਸੀ 2-3 ਥਾਵਾਂ ਤੇ ਕੈਨੇਡਾ ਦੇ ਵਿੱਚ। ਉਹ ਬੇਸਿਕਲੀ ਆਇਡੈਂਟੀਟੀ ਅਸਰਸ਼ਨ ਸੀਗੀ ਕਮਿਊਨਿਟੀ ਦੀ। ਸਿੱਖ ਉੱਥੇ ਲਗਾਤਾਰ ਪਹਿਲਾਂ ਸਿੱਖ ਤੁਹਾਡੇ 1903-4 ਦੇ ਵਿੱਚ ਈਸਟ ਕੋਸਟ ਤੇ ਲੈਂਡ ਕਰਦੇ, ਵੈਨਕੂਵਰ ਏਰੀਆ, ਉੱਥੋਂ ਨਾਲ ਫਿਰ USA ਜਾਂਦੇ ਆ। ਇਹ ਕਮਿਊਨਿਟੀ ਉਸ ਵੇਲੇ ਦੀ ਹੀ ਐਕਟਿਵ ਹੈ। ਆਪਾਂ ਭੁੱਲ ਜਾਂਦੇ ਕਿ ਗਦਰ ਪਾਰਟੀ ਵੈਨਕੂਵਰ ਤੋਂ ਚੱਲ ਕੇ ਬਣੀ ਤਾਂ ਸੀਗੀ USA ਦੇ ਵਿੱਚ ਸੈਕਰਾਮੈਂਟੋ, ਤੇ ਉਹ ਉੱਥੋਂ ਲੋਕ 4,000 ਲੋਕ ਇੱਥੋਂ ਸਾਨੂੰ ਇੱਥੇ ਆਜ਼ਾਦੀ ਦਿਵਾਉਣ ਆਏ ਸੀਗੇ। ਇਹ ਕੋਈ ਨਵੀਂ ਗੱਲ ਨਹੀਂ ਹੈ। ਉਹਨਾਂ ਪੰਜਾਬੀਆਂ ਦਾ ਤੇ ਖਾਸ ਕਰਕੇ ਸਿੱਖਾਂ ਦਾ ਉਸ ਧਰਤੀ ਤੇ ਐਕਟਿਵ ਹੋਣਾ, ਉਹ ਐਕਟੀਵਿਟੀ ਲਗਾਤਾਰ ਚੱਲਦੀ ਆ ਰਹੀ ਹੈ। ਹੁਣ ਉਹ ਬਲੂ ਸਟਾਰ ਤੋਂ ਬਾਅਦ ਖਾਸ ਕਰਕੇ ਕਿਉਂਕਿ ਇੱਥੋਂ ਬਹੁਤ ਮਾਈਗ੍ਰੇਸ਼ਨ ਹੋਈ, ਜਿਹੜੇ ਲੋਕ ਡਾਇਰੈਕਟਲੀ ਅਫੈਕਟਡ ਸੀਗੇ ਉਸ ਸੰਘਰਸ਼ ਦੇ ਨਾਲ, ਉਹ ਕੈਨੇਡਾ ਵਸ ਗਏ। ਉੱਥੇ ਖਾਲਿਸਤਾਨ ਦੀ ਗੱਲ ਲਗਾਤਾਰ ਹੁੰਦੀ ਹੈ ਤੇ ਆਲਮੋਸਟ, ਮੈਂ ਤਾਂ ਕਦੇ ਗਿਆ ਨਹੀਂ, ਕਹਿੰਦੇ ਵੀ ਹਰ ਗੁਰਦੁਆਰੇ ਦੇ ਵਿੱਚ ਜਿਹੜੇ ਮੁੰਡੇ ਉਸ ਸੰਘਰਸ਼ ਮਾਰੇ ਗਏ ਉਹਨਾਂ ਦੇ ਫੋਟੋਆਂ ਲੱਗੀਆਂ ਹੋਈਆਂ। ਕੈਪਟਨ ਅਮਰਿੰਦਰ ਸਿੰਘ 2002 ਦੀ ਸਰਕਾਰ ਬਣਨ ਤੋਂ ਬਾਅਦ ਜਦੋਂ ਗਏ ਸੀ ਕੈਨੇਡਾ ਤੇ ਕਿਸੇ ਗੁਰਦੁਆਰੇ 'ਚ ਭਾਸ਼ਣ ਦੇ ਰਹੇ ਸੀਗੇ, ਮੈਂ ਨਾ ਭੁੱਲ ਗਿਆ, ਪਿੱਛੇ ਬੈਨਰ ਲੱਗਾ ਸੀ ਖਾਲਿਸਤਾਨ ਦਾ। ਸੋ ਉੱਥੇ ਸਿਚੁਏਸ਼ਨ ਇਹ ਸੀਗੀ। ਸੋ ਲਗਾਤਾਰ ਜਦੋਂ ਇੱਕ ਮੋਮੈਂਟਮ ਕੋਈ ਬਣਿਆ ਹੋਵੇ, ਕੋਈ ਪਰਸੈਪਸ਼ਨ ਬਿਲਡ ਹੋਈ ਹੋਵੇ, ਤੇ ਉਹਦੇ 'ਚ ਜੇ ਅਸੀਂ ਕਰੈਕਟਿਵ ਨਾ ਲਈਏ, ਕਰੈਕਟਿਵ ਇੰਡੀਆ ਗੌਰਮੈਂਟ ਨੇ ਲੈਣਾ, ਕਰੈਕਟਿਵ ਕੈਨੇਡਾ ਦੀ ਗੌਰਮੈਂਟ ਨੇ ਨਹੀਂ ਲੈਣਾ। ਬਈ ਇਹ ਸੈਂਟੀਮੈਂਟ ਉਸ ਸੈਕਸ਼ਨ ਦੇ ਵਿੱਚ ਕਿਹੜੇ ਕਾਰਨਾਂ ਕਰਕੇ ਪ੍ਰਵੇਲ ਕਰ ਰਿਹਾ ਹੈ। ਗੱਲ ਇਹ ਹੈ, ਜਦ ਤੱਕ ਉਹ ਕਾਰਨ ਖਤਮ ਨਹੀਂ ਹੁੰਦੇ, ਉਹ ਕਾਰਨ ਤਾਂ ਇਸ ਧਰਤੀ ਦੇ ਪਏ ਹੈ, ਉਹ ਕੈਨੇਡਾ ਦੇ ਵਿੱਚ ਨਹੀਂ ਹੈ। ਉਹ ਜਦ ਤੱਕ ਇੱਥੋਂ ਕਾਰਨ ਖਤਮ ਨਹੀਂ ਹੁੰਦੇ, ਉਦੋਂ ਤੱਕ ਇਹ ਪ੍ਰੋਬਲਮ ਤਾਂ ਸੁਲਝਦੀ ਰਹੇਗੀ। ਜੋ ਕੁਛ ਸਵੇਰ ਦਾ ਅੱਜ ਹੋ ਰਿਹਾ ਹੈ, ਇਹਨੇ ਇੱਕ ਵਾਰੀ ਫਿਰ ਇਹ ਨੈਰੇਟਿਵ ਰਿਵਾਈਵ ਕਰਤਾ, ਔਰ ਇਹ ਨੈਰੇਟਿਵ ਮੈਨੂੰ ਲੱਗਦਾ ਹੁਣ 2024 ਦੀ ਇਲੈਕਸ਼ਨ ਤੱਕ ਇਹ ਚੱਲੇਗਾ। ਹੁਣ ਦਿੱਕਤ ਆ ਜਾਂਦੀ ਹੈ, ਜਿਹੜੀ ਗੱਲ ਤੁਸੀਂ ਕੀਤੀ ਹੈ ਵੀ ਸਾਡੀ ਲੀਡਰਸ਼ਿਪ ਦੀ, ਜਦੋਂ ਤੁਸੀਂ ਸੰਸਥਾਵਾਂ ਦਾ ਆਪ ਹੀ ਘਾਣ ਕਰਦੇ ਹੋ, ਸਿੱਖ ਸੰਸਥਾਵਾਂ ਦਾ ਘਾਣ ਕਿਸੇ ਬਾਹਰ ਲਿਆ ਨਹੀਂ ਕੀਤਾ। ਇਹ ਅਸੀਂ ਇੱਥੇ ਹੁਣ RSS ਨੂੰ ਬਲੇਮ ਨਹੀਂ ਕਰ ਸਕਦੇ। ਇਹ ਅਸੀਂ, ਸਾਡੀ ਜਿਹੜੀ ਲੀਡਰਸ਼ਿਪ ਸੀਗੀ ਸਿੱਖਾਂ ਦੀ, ਉਹਨਾਂ ਨੇ ਹੀ ਘਾਣ ਕੀਤਾ ਸਾਰਾ। ਹੁਣ ਹਾਲਤ ਇਹ ਹੈ ਕਿ ਸਵੇਰ ਤੋਂ ਲੈ ਕੇ ਹੁਣ ਤੱਕ ਕੋਈ ਆਰਟੀਕੂਲੇਟ ਰਿਐਕਸ਼ਨ ਇਸ ਗੱਲ ਤੇ ਨਹੀਂ ਆਇਆ। ਕੋਈ ਵੇਲਾ ਸੀਗਾ ਕਿ ਜਦੋਂ SCPC ਦਾ ਪ੍ਰਧਾਨ ਮੂੰਹ ਖੋਲਦਾ ਸੀ ਨਾ, ਦਿੱਲੀ ਹਿੱਲ ਜਾਂਦੀ ਸੀਗੀ। ਹੁਣ ਤਾਂ ਕੋਈ ਦੇਖਦੇ ਨਹੀਂ ਵੀ ਇੱਥੇ ਕੀ ਹੋ ਰਿਹਾ, ਕਿ ਨਾ ਹੀ ਕੋਈ ਪਰਵਾਹ ਕਰਦਾ। ਹੁਣ ਤਾਂ ਇਹਨਾਂ ਨੂੰ ਕੋਈ ਅਪਾਇੰਟਮੈਂਟ ਨਹੀਂ ਦਿੰਦਾ। ਇਸੇ ਕਰਕੇ ਇਹਨਾਂ ਦੇ ਕਹੇ ਦੀ ਕੋਈ ਮੁਕਤ ਵੀ ਹੈ ਨਹੀਂ। ਰਿਕਾਰਡ ਤੇ ਆ ਜਾਏਗਾ ਵੀ ਇਹਨਾਂ ਨੇ ਇਹ ਗੱਲ ਕੀਤੀ ਹੈ, ਇਸ ਤੋਂ ਬਾਅਦ ਕੁਝ ਨਹੀਂਗਾ। ਉਹ ਸਿਚੁਏਸ਼ਨ ਖਤਮ ਹੋ ਚੁੱਕੀ ਹੈ। ਲੇਕਿਨ ਜਿਹੜਾ ਇਹ ਨੈਰੇਟਿਵ ਹੈ, ਇਹ ਸ਼ੇਪ ਅਪ ਕਿਵੇਂ ਹੋਏਗਾ, ਗੱਲ ਤਾਂ ਅਗਲੀ ਇਹ ਹੈ। ਮੈਂ ਸਿੰਪਲ ਦੀ ਗੱਲ ਕਰਦਾ ਹੁੰਦਾ, ਗੋਲੀ ਸੋਲੂਸ਼ਨ ਨਹੀਂ ਹੈ। ਆਈਡੀਆ, ਕੋਈ ਆਈਡੀਆ ਗੋਲੀ ਨਾਲ ਖਤਮ ਨਹੀਂ ਹੁੰਦਾ, ਆਈਡੀਆ ਨਾਲ ਹੀ ਖਤਮ ਹੁੰਦਾ ਹੈ। ਸੋ ਇਹ ਡਿਵੈਲਪਮੈਂਟ ਆਪਣੇ ਆਪ ਦੇ ਵਿੱਚ ਬਹੁਤ ਸੀਰੀਅਸ ਹੈ। ਗੌਰਮੈਂਟ ਆਫ ਇੰਡੀਆ ਨੂੰ ਇਹ ਤੇ ਧਿਆਨ ਦੇਣਾ ਚਾਹੀਦਾ। ਇਹ ਮਾਮਲਾ ਹਿਊਮਨ ਰਾਈਟਸ ਦਾ ਵੀ ਆ, ਇਹ ਮਨੁੱਖੀ ਹੱਕਾਂ ਦੇ ਘਾਣ ਦਾ ਵੀ ਆ। ਮੈਂ ਗੱਲ ਪੂਰੀ ਕਰ ਦਿਆਂ। ਜੀ,
ਇਹ ਸੁਪਰੀਮ ਕੋਰਟ ਨੇ ਖੁਦ ਇਹ ਮੰਨਿਆ ਹੈ ਕਿ ਪੰਜਾਬ ਵਿੱਚ ਜਿਹੜੇ ਜਸਵੰਤ ਸਿੰਘ ਖਾਲੜਾ ਹੋਰਾਂ ਨੇ ਇਨਕੁਆਇਰੀ ਕੀਤੀ ਸੀ 2,500 ਅਣਪਛਾਤੀਆਂ ਲਾਸ਼ਾਂ, ਉਹ ਸੁਪਰੀਮ ਕੋਰਟ ਨੇ ਮੰਨੇ, ਉਹਦਾ ਕੰਪਨਸੇਸ਼ਨ ਦਿੱਤਾ ਹੈ। ਉਹਦੀ ਜਵਾਬਦੇਹੀ ਕਿੱਥੇ ਹੈ? ਕੀ ਬਾਕੀ ਇਨਕੁਆਇਰੀ ਹੋਈ ਅੱਜ ਤੱਕ? ਕਿ ਉਹ ਤਾਂ ਚਲੋ ਇਨਕੁਆਇਰੀ ਹੋ ਗਈ ਸੀ ਵੀ ਇੰਨੀਆਂ ਅਣਪਛਾਤੀਆਂ ਲਾਸ਼ਾਂ ਸੀਗੀਆਂ, ਤੇ ਬਾਕੀ ਜਿਹੜੀਆਂ ਲਾਸ਼ਾਂ ਸੀ ਅਣਪਛਾਤੀਆਂ ਉਹਦਾ ਹਿਸਾਬ ਕੌਣ ਦੇਗਾ? ਜਵਾਬਦੇਹੀ ਚਾਹੀਦੀ ਪਹਿਲੀ ਤਾਂ, ਕਿ ਜੋ ਕੁਝ ਪੰਜਾਬ ਦੇ ਵਿੱਚ ਹੋਇਆ ਹੈ, ਜਿਹੜਾ ਘਾਣ ਇੱਥੇ ਹੋਇਆ ਹੈ, ਉਹਦਾ ਜਵਾਬਦੇਹ ਕੌਣ ਹੈ? ਇਹ ਨਾ ਤਾਂ ਸਾਡੀ ਕਿਸੇ ਸਿਆਸੀ ਪਾਰਟੀ ਨੇ ਪੰਜਾਬ ਦੀ ਨੇ ਇਸ਼ੂ ਟੇਕ ਅਪ ਕੀਤਾ ਹੈ, ਇਹ ਸਰਕਾਰਾਂ ਦੇ ਵਿੱਚ ਜ਼ਰੂਰ ਰਹੇ, ਇਹਨਾਂ ਨੇ ਕਦੇ ਵੀ ਉਹ ਇਸ਼ੂ ਟੇਕ ਅਪ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਇਸੇ ਕਰਕੇ ਇਸ ਸਟਰਗਲ ਦਾ ਕਲੋਜ਼ਰ ਨਹੀਂ ਹੋਇਆ ਜੀ। ਕਲੋਜ਼ਰ ਨਾ ਹੋਣ ਕਰਕੇ ਇਹ ਲਗਾਤਾਰ ਇਸ਼ੂ ਚੱਲ ਰਿਹਾ ਹੈ। ਜਵਾਬਦੇਹੀ ਚਾਹੀਦੀ ਹੈ। ਜੇ 40,000 ਬੰਦਾ ਪੰਜਾਬ ਦੇ ਵਿੱਚ, ਬਾਕੀ ਹਿੰਦੁਸਤਾਨ 'ਚ ਮਰਿਆ, ਇੱਕ ਪ੍ਰਾਈਮ ਮਿਨਿਸਟਰ ਮਰੇ, ਬਾਕੀ ਨਾ ਛੱਡੋ, ਇੱਕੋ ਸਟਰਗਲ ਹੈ ਹਿੰਦੁਸਤਾਨ ਦੇ ਵਿੱਚ 47 ਤੋਂ ਬਾਅਦ, ਜਿਹਨੇ ਇੱਕ ਪ੍ਰਾਈਮ ਮਿਨਿਸਟਰ, ਇੱਕ ਚੀਫ ਮਿਨਿਸਟਰ, ਇੱਕ ਰਿਟਾਇਰ ਆਰਮੀ ਚੀਫ ਦੀ ਜਾਨ ਲਈ ਹੈ। ਇਸ ਤੋਂ ਬਾਅਦ ਜੇ ਸੋਚੋ ਕਿ ਇਹ ਪੀਟਰ ਆਊਟ ਹੋ ਜਾਏਗੀ ਸਟਰਗਲ ਆਪਣੇ ਆਪ, ਤੇ ਇਹ ਪੋਸੀਬਲ ਨਹੀਂ ਗੀ। ਇਹ ਸੀਰੀਅਸ ਇਸ਼ੂ ਹੈ। ਇਹਦੇ ਉੱਤੇ ਗਵਰਨਮੈਂਟ ਨੂੰ ਸੋਚਣ ਦੀ ਲੋੜ ਹੈ। ਪੰਜਾਬ ਦੇ ਵਿੱਚ ਸਿੱਖ ਆਗੂ ਜਾਂ ਉਹ ਲੋਕ ਜਿਹੜੇ ਸੱਚਮੁੱਚ ਸਮਰੱਥਾਵਾਨ ਹੈ, ਉਹਨਾਂ ਨੂੰ ਲੱਭ ਕੇ ਤੇ ਜ਼ਖਮਾਂ ਤੇ ਮਰਹਮ ਲਾਉਣ ਦੀ ਲੋੜ ਹੈ। ਇੱਕ ਵਾਰੀ ਜਿਹੜਾ ਜਨ ਜੀਵਨ ਹੈ ਉਹਨੂੰ ਆਮ ਵਰਗਾ ਕਰਨ ਦੀ ਲੋੜ ਹੈ। ਜਿੱਥੇ ਜਿੱਥੇ ਜਿੰਨਾ ਮਨਾਂ 'ਚ ਵੀ ਉਹ ਟੀਸ ਹੈ ਉਹਨੂੰ ਦੂਰ ਕਰਨ ਦੀ ਲੋੜ ਹੈ। ਸੋ ਕੰਪਨਸੇਸ਼ਨ ਜ਼ਰੂਰੀ ਹੁੰਦੀ ਹੈ। ਸਰਦਾਰ ਹਰਮੀਤ ਸਿੰਘ ਜੀ, ਅਗਲੇ ਮੁੱਦੇ ਤੇ ਚੱਲੀਏ, ਬੜੀ ਸੰਖੇਪ 'ਚ ਹੀ ਲਵਾਂਗੇ। ਜਿਹੜਾ ਮਹਿਲਾਵਾਂ ਦਾ ਰਾਖਵਾਂ ਕਰਨਾ ਹੈ, ਔਰਤਾਂ ਦਾ ਰਾਖਵਾਂ ਕਰਨਾ ਹੈ, ਉਹ ਬਿੱਲ ਪੇਸ਼ ਹੋ ਗਿਆ। ਤੁਸੀਂ ਇਹਨੂੰ ਦੇਖਿਆ ਹੋਣਾ ਪਾਰਲੀਮੈਂਟ ਦੇ ਵਿੱਚ ਸਾਰੇ ਸੀਨ ਨੂੰ, ਮੈਂ ਦੇਖ ਨਹੀਂ ਸਕਿਆ। ਕਾਈਂਡਲੀ ਇਹਨੂੰ ਅੱਗੇ ਵਧਾ ਦਿਓ ਥੋੜਾ ਜਿਹਾ। ਬਿਲਕੁਲ, ਇਦੋਂ ਪਹਿਲਾਂ ਮੈਂ ਇੱਕੋ ਹੀ ਐਸਪੈਕਟ ਜਿਹੜਾ ਮੇਰੇ ਖਿਆਲ ਹੈ ਮਿਸ ਹੋ ਰਿਹਾ, ਉਹ ਇਹ ਹੈ ਕਿ ਸਭ ਤੋਂ ਪਹਿਲਾਂ ਰੂਲ ਆਫ ਲਾ ਆਬਜ਼ਰਵ ਹੁੰਦਾ। ਦੁਨੀਆ ਤਾਂ ਕਰਦੀ ਹੈ ਘੱਟੋ ਘੱਟ, ਜਿਹੜੀਆਂ ਬੈਟਰ ਡੈਮੋਕ੍ਰੇਸੀ 'ਚ ਨੇ ਉਹ ਐਕਸਟਰਾ ਜੁਡੀਸ਼ੀਅਲ ਕਿਲਿੰਗ ਨੂੰ ਮਾਫ ਨਹੀਂ ਕਰਦੀਆਂ, ਚਾਹੇ ਕੋਈ ਕਰਦਾ। ਉਹਨਾਂ ਦੀ ਪੁਲਿਸ ਦਾ ਪੈਟਰਨ ਹੋ ਰਿਹਾ, ਸਾਡੀ ਪੁਲਿਸ ਦਾ ਪੈਟਰਨ ਹੋ ਰਿਹਾ ਜੀ। ਇਸੇ ਕਰਕੇ ਸਾਡੇ ਚਾਹੇ ਝੂਠੇ ਪੁਲਿਸ ਮੁਕਾਬਲੇ ਹੋ ਗਏ, ਚਾਹੇ ਜਿਵੇਂ ਮਰਜ਼ੀ ਮਾਰਤੇ, ਵੈਸੇ ਜੇਲ੍ਹ 'ਚ ਰੱਖ ਲਓ, ਬਿਨਾਂ ਮੁਕੱਦਮਾ ਰੱਖ ਲਓ, ਉਹ ਕੋਈ ਸਾਡੀ ਸਟੇਟ ਜਿਹੜੀ ਹੈ ਉਹ ਸਗੋਂ ਵਾਇਲੇਟਰਾਂ ਨੂੰ ਸਪੋਰਟ ਕਰਦੀ ਹੈ। ਸੱਚ ਕੈਨੇਡੀਅਨ ਗਵਰਨਮੈਂਟ ਨੂੰ ਸਾਡੀ ਗਵਰਨਮੈਂਟ ਬਾਰ-ਬਾਰ ਕਹਿੰਦੀ ਰਹੀ ਕਿ ਇੱਥੇ ਕਿਉਂ ਦਿੰਦੇ ਹੋ ਤੁਸੀਂ ਇਜਾਜ਼ਤ, ਤੋਂ ਕਹਿੰਦਾ ਸਾਡਾ ਕਨਸਟੀਟਿਊਸ਼ਨ ਜਿੱਥੇ ਤੱਕ ਇਜਾਜ਼ਤ ਦੇਊਗਾ, ਜਿੱਥੇ ਤੱਕ ਪੀਸਫੁਲ ਪ੍ਰੋਟੈਸਟ ਨੇ ਕੁਝ ਵੀ ਕਰਨ ਦੇ, ਸਾਨੂੰ ਆਪਣੇ ਢੰਗ ਨਾਲ ਵਿਚਰਨ ਦਿਓ, ਸਾਨੂੰ ਡਿਕਟੇਟ ਮਤ ਕਰੋ। ਸਾਡੀ ਡੈਮੋਕ੍ਰੇਸੀ ਦਾ ਆਪਣਾ ਇੱਕ ਲੈਵਲ ਹੈ, ਉਹਦੇ ਮੁਤਾਬਕ ਅਸੀਂ ਦੇਖਦੇ ਹਾਂ ਉਹਦੇ ਬਾਰੇ। ਔਰ ਫਿਰ ਜਿਹੜਾ ਜੇ ਉਹਦੇ ਤੋਂ ਤੁਸੀਂ ਉੱਥੇ ਜਾ ਕੇ ਵੀ ਜੇ ਗੱਲ ਇਹ ਸੱਚੀ ਹੈ ਕਿ ਉਹ ਨਹੀਂ ਕੁਝ ਕਰਦੇ ਤਾਂ ਆਪਾਂ ਇਹੀ ਕੰਮ ਕਰ ਲਓ, ਤਾਂ ਇਹ ਗੈਰ ਕਾਨੂੰਨੀ ਸਾਰੀ ਦੁਨੀਆ ਇਜਾਜ਼ਤ ਨਹੀਂ ਦੇਊਗੀ। ਆਪਣੇ ਦੇਸ਼ 'ਚ ਤਾਂ ਤਾਕਤ ਨਾਲ ਥੋੜਾ ਬਹੁਤ ਹੁੰਦਾ, ਹਾਲਾਂਕਿ ਉੱਥੇ ਵੀ ਗਲਤ ਹੁੰਦਾ। ਜੇ ਤੁਸੀਂ ਰੂਲ ਆਫ ਲਾ ਦਾ ਆਬਜ਼ਰਵ ਕਰਨਾ ਹੈ ਤਾਂ ਆਪਦਾ ਕਨਸਟੀਟਿਊਸ਼ਨ, ਆਪਣਾ ਲਾ, ਉਹਦੇ ਦਾਇਰੇ 'ਚ ਰਹੋਗੇ, ਤੁਹਾਡੀਆਂ ਇਨਫੋਰਸਮੈਂਟ ਏਜੰਸੀਆਂ ਉਹਦੇ ਦਾਇਰੇ 'ਚ ਰਹਿਣਗੀਆਂ, ਪੁਲਿਸ ਉਹਦੇ ਦਾਇਰੇ 'ਚ ਰਹੂਗੀ, ਤਾਂ ਡੈਮੋਕ੍ਰੈਟਿਕ ਸੋਸਾਇਟੀ ਮੰਨੀ ਜਾਂਦੀ ਹੈ। ਨਹੀਂ ਤਾਂ ਠੀਕ ਹੈ, ਜਿਹਦਾ ਤਕੜੇ ਦਾ 70-20 ਸਰਕਾਰ ਤਕੜੀ ਹੈ ਤੇ ਤੁਸੀਂ ਮਾਰ ਲਓ, ਕੋਈ ਹੋਰ ਬੰਦਾ ਤਕੜਾ ਨਿਕਲ ਆਊਗਾ, ਉਹ ਤੁਹਾਡੇ ਮਾਰ ਦੇਗਾ, ਫਿਰ ਤਾਂ ਉਹੀ ਰੂਲ ਰਹੇਗਾ ਜਿਹੜਾ ਪੁਰਾਣਾ ਚੱਲਦਾ। ਇਸ ਗੱਲ ਵੀ ਇਹਦੇ ਤੋਂ ਨਜ਼ਰ ਆਉਂਦੀ ਹੈ ਕਿ ਇਸ ਗੱਲ ਨੂੰ ਵੀ ਧਿਆਨ 'ਚ, ਇਸੇ ਕਰਕੇ ਹਿਊਮਨ ਰਾਈਟਸ ਦਾ ਬਹੁਤ ਬੜਾ ਮੁੱਦਾ ਹੈ। ਹਿਊਮਨ ਰਾਈਟਸ ਦਾ ਮੁੱਦਾ ਉਦੋਂ ਹੀ ਆਉਂਦਾ ਜਦੋਂ ਲਾ ਵਾਇਲੇਟ ਕਰਕੇ, ਕਨਸਟੀਟਿਊਸ਼ਨ ਵਾਇਲੇਟ ਕਰਕੇ ਕੋਈ ਤਸ਼ੱਦਦ ਹੁੰਦੇ ਨੇ, ਕੋਈ ਧਾਰਨਾਵਾਂ ਜਿਹੜੀਆਂ ਉਸ ਲੈਵਲ ਦੇ ਉੱਤੇ ਹੁੰਦੀਆਂ ਨੇ। ਜਿਹੜਾ ਮਾਮਲਾ ਵੂਮਨ ਰਿਜ਼ਰਵੇਸ਼ਨ ਦਾ, ਇਹ ਕਾਫੀ ਪੁਰਾਣਾ, ਕਿਉਂਕਿ ਜੈਂਡਰ ਪੈਰਿਟੀ ਦਾ ਮੁੱਦਾ ਹੈ ਕਿ ਤੁਸੀਂ ਕਿਵੇਂ ਬਰਾਬਰ ਦੀ ਡਿਸੀਜਨ ਮੇਕਿੰਗ ਦੇ ਵਿੱਚ ਲਿਆਉਂਦੇ ਹੋ ਉਹਨਾਂ ਨੂੰ। ਪਰ ਬੜੇ ਲੰਬੇ ਸਮੇਂ ਤੋਂ ਇਹ 2008 ਦੇ ਵਿੱਚ ਵੀ ਰਾਜ ਸਭਾ 'ਚ ਆ ਗਿਆ, ਕਦੇ ਪਾਸ ਹੋ ਗਿਆ ਤੇ ਫਿਰ ਇਹ ਲੈਪਸ ਹੋ ਗਿਆ ਤੇ ਫਿਰ ਨਹੀਂ ਆਇਆ। ਉਹਦੇ 'ਚ ਅੱਗੇ ਰਿਜ਼ਰਵੇਸ਼ਨ ਲਈ ਵੀ ਕੁਝ ਪਾਰਟੀਆਂ ਜੋੜ ਦਿੰਦੀਆਂ ਰਹੀਆਂ ਕਿ ਜੇ ਵੂਮਨ ਰਿਜ਼ਰਵੇਸ਼ਨ 33% ਕਰਨੀ ਹੈ, ਉਹ 'ਚ ਅੱਗੇ ਕਾਸਟ ਰਿਜ਼ਰਵੇਸ਼ਨ ਵੀ ਦਿਓ, ਨਹੀਂ ਤਾਂ ਫਿਰ ਦੂਜੀਆਂ ਔਰਤਾਂ ਹੀ ਆ ਜਾਣਗੀਆਂ। ਖਾਸ ਤੌਰ ਤੇ ਸਮਾਜਵਾਦੀ ਪਾਰਟੀ, ਰਾਸ਼ਟਰੀ ਜਨਤਾ ਦਲ, ਇਹ ਜਿਹੀਆਂ ਬਹੁਤ ਪਾਰਟੀਆਂ ਜਿਹੜੀਆਂ ਬਹੁਜਨ ਸਮਾਜ ਪਾਰਟੀ ਤੱਕ ਦੂਜੇ ਪਾਸੇ ਰਹੀਆਂ ਨੇ, ਜਿਹਦੇ ਕਰਕੇ ਉਹ ਨਹੀਂ ਉਸ ਲੈਵਲ ਤੇ। ਵੈਸੇ ਵੀ ਇੱਕ ਕਾਮਨ ਸੈਕ ਹੀ ਰਹੀ ਹੈ, ਸ਼ਾਇਦ ਇਹਦੇ ਤੇ ਕੰਸੈਂਸਸ ਬਣਾਉਣ ਦੀ ਜਿੰਨੀ ਕੋਸ਼ਿਸ਼ ਹੋਣੀ ਚਾਹੀਦੀ ਸੀ ਉਹ ਕੋਸ਼ਿਸ਼ ਨਹੀਂ ਹੋਈ। ਪਰ ਅੱਜ ਪਾਰਲੀਮੈਂਟ ਦੇ ਵਿੱਚ ਮਤਲਬ ਇਹ ਪੇਸ਼ ਹੋ ਗਿਆ ਬਿੱਲ, ਅਰਜਨ ਮੇਘਵਾਲ ਉਹਨਾਂ ਨੇ ਪੇਸ਼ ਕੀਤਾ। ਪੇਸ਼ ਹੋਣ ਤੋਂ ਬਾਅਦ ਪਾਰਲੀਮੈਂਟ ਉੱਠ ਗਈ, ਪਰ ਜਿੰਨਾ ਵੀ ਇਹਦੇ ਤੇ ਅਜੇ ਚਰਚਾ ਕੀਤੀ ਜਾ ਰਹੀ ਹੈ, ਚਰਚਾ ਇੰਨੀ ਕੁ ਲੱਗਦੀ ਹੈ ਕਿ 2024 ਤੱਕ ਤਾਂ ਨਹੀਂ ਇਹਦੇ ਤੇ ਕੁਝ ਹੋਣਾ ਇਸ ਇਲੈਕਸ਼ਨ ਦੇ ਵਿੱਚ। ਇਹ ਡੀਲਿਮਿਟੇਸ਼ਨ ਦੁਬਾਰਾ ਹੋਏਗੀ 2029 ਤੱਕ, ਮਤਲਬ ਨੈਕਸਟ ਇਲੈਕਸ਼ਨ ਤੱਕ ਇਹਦੇ ਤੇ ਅਮਲ ਹੋਣ ਦੀ ਕੋਈ ਸੰਭਾਵਨਾ ਹੈ।
ਹਜੇ ਉਹਦੀ ਕਲੈਰਿਟੀ ਆਏਗੀ, ਕੌਣ ਹੈ, ਬਿੱਲ 'ਚ ਕੀ ਹੈ ਕੀ ਨਹੀਂ, ਉਹ ਤੇ ਚਰਚਾਵਾਂ ਹੋਣਗੀਆਂ, ਫਿਰ ਡੀਲਿਮਿਟੇਸ਼ਨ ਹੋਏਗੀ, ਕਿੰਨੇ ਮੈਂਬਰ ਵਧਾਉਣੇ ਨੇ ਪਾਰਲੀਮੈਂਟ ਦੇ, ਜਾਂ ਇਹਨਾਂ ਮੈਂਬਰਾਂ ਦੇ ਵਿੱਚੋਂ ਹਲਕਿਆਂ ਦੀ ਡੀਲਿਮਿਟੇਸ਼ਨ ਕਰਕੇ ਕਿਹੜੇ ਹਲਕੇ ਔਰਤਾਂ ਲਈ ਕਰਨੇ ਨੇ, ਕਿਹੜੇ ਨਹੀਂ, ਉਹ ਸਾਰੀਆਂ ਨਿਟੀ-ਗ੍ਰਿਟੀ ਅਜੇ ਦਿਖਾਈ ਜਾਣੀਆਂ ਉਸ ਮਾਮਲੇ ਦੇ ਵਿੱਚ। ਅਜੇ ਇਹ ਵੀ ਨਹੀਂ ਪਤਾ ਕਿ 2024 ਚ ਵੋਟਾਂ ਪੈ ਗਿਆ, ਫਿਰ 5 ਸਾਲ ਠੰਡੇ ਵਾਸਤੇ ਚਲਾ ਕੇ 29 ਚ ਦੇਖਾਂਗੇ ਜੀ ਹੁਣ, ਕਿਉਂਕਿ ਰੌਲਾ ਤਾਂ ਕੇਵਲ ਇੱਥੇ ਤੱਕ ਹੀ ਹੈ ਨਾ ਵੀ ਵੋਟ ਕਿਵੇਂ ਮਿਲਦੀ ਹੈ। ਇੰਡੀਆ ਅਲਾਇੰਸ ਤੋਂ ਬਾਅਦ ਥੋੜੀ ਜਿਹੀ ਥਿਰਕੀ ਲੱਗਦਾ ਹੈ ਐਨਡੀਏ, ਤੇ ਇਸ ਕਰਕੇ ਉਹਨਾਂ ਨੂੰ ਲੱਗਦਾ ਵੀ ਦੂਜਾ ਨਹੀਂ ਚੱਲਦਾ ਤਾਂ ਇੱਕ ਵੂਮੈਨ ਦਾ ਚਲਾ ਦਿੰਦੇ ਆ ਐਤਕੀ ਤੁੱਕਾ। ਨਹੀਂ, ਵੂਮੈਨ ਰਿਜ਼ਰਵੇਸ਼ਨ ਬਿੱਲ ਇਦੋਂ ਪਹਿਲਾਂ ਏਜੰਡੇ ਤੇ ਨਹੀਂ ਸੀ, ਇਹ ਜਲਦੀ ਚ ਹੁਣੇ ਆ ਰਿਹਾ, ਔਰ ਉਹ ਵੀ ਸਪੈਸ਼ਲ ਸੈਸ਼ਨ ਚ ਆ ਰਿਹਾ, ਇਦੋਂ ਪੁਰਾਣੇ ਸੈਸ਼ਨ ਚ ਵੀ ਨਹੀਂ ਆਇਆ। ਤੇ ਪਰ ਕਾਂਗਰਸ ਨੇ ਵੈਲਕਮ ਕੀਤਾ ਕਿ ਸਾਡਾ ਹੀ ਹੈ, ਅਸੀਂ ਤਾਂ ਪਹਿਲਾਂ ਵੀ ਕੀਤਾ ਸੀ ਜੀ, ਫਲਾਨਾ ਕੀਤਾ ਸੀ। ਮੈਨੂੰ ਲੱਗਦਾ ਵਿਰੋਧ ਪਾਰਟੀਆਂ ਸ਼ਾਇਦ ਨਾ ਉੱਡਾ ਹੋਵੇ, ਜੇ ਗਵਰਨਮੈਂਟ ਚਾਹੇ ਤਾਂ ਇਹਦੇ ਚ ਪਾਸ ਹੋ ਸਕਦਾ ਹੈ ਘੱਟੋ ਘੱਟ। ਜੀ ਜੀ ਸਰਦਾਰ ਜਗਤਾਰ ਸਿੰਘ ਜੀ, ਇੱਕ ਆਖਰੀ ਟਿੱਪਣੀ। ਇਹ ਰਾਜ ਸਭਾ 'ਚ ਬਿੱਲ ਪਹਿਲਾਂ ਪਾਸ ਹੋ ਚੁੱਕਿਆ ਜੀ, ਚੱਲਦਾ ਤਾਂ ਪੁਰਾਣਾ ਸੀਗਾ, ਤੇ ਉਸ ਤੋਂ ਬਾਅਦ ਠੰਡੇ ਬਸਤੇ 'ਚ ਪੈ ਗਿਆ ਕਿਉਂਕਿ ਇਹ ਤੇ ਆਬਜੈਕਟਿਵ ਬੜੇ ਹੋ ਰਹੇ ਸੀ। ਸਡਨਲੀ ਬੀਜੇਪੀ ਨੇ ਜ਼ਿਆਦਾ ਪਹਿਲਾਂ ਕੰਸੈਂਸਸ ਬਿਲਡ ਕਰਦੇ ਰਹੇ ਤੇ ਕੰਸੈਂਸਸ ਬਿਲਡ ਨਹੀਂ ਕੀਤਾ, ਪਾਸ ਤਾਂ ਹੋ ਜਾਏਗਾ, ਮੈਜੋਰਟੀ ਐਸੀ ਇਸ ਵੇਲੇ ਹੈਗੀ, ਪਹਿਲਾਂ ਮੈਜੋਰਟੀ ਦੀ ਸਮੱਸਿਆ ਸੀਗੀ, ਉਸ ਕਰਕੇ ਪਾਸ ਨਹੀਂ ਸੀ ਹੋਇਆ, ਫਿਰ ਅੱਗੇ ਤੁਰਿਆ ਨਹੀਂ ਸੀ। ਇਹ ਰਾਜ ਸਭਾ ਦੀ ਗੱਲ ਵੱਖਰੀ ਸੀਗੀ, ਹੁਣ ਬੀਜੇਪੀ ਕੋਲ ਮੈਜੋਰਟੀ ਹੈਗੀ ਹੈ, ਲੇਕਿਨ ਫਿਰ ਵੀ ਕੰਸੈਂਸਸ ਮੇਰੇ ਖਿਆਲ ਦੇ ਵਿੱਚ ਪਹਿਲਾਂ ਬਿਲਡ ਕਰਨਾ ਚਾਹੀਦਾ ਸੀਗਾ। ਉਹ ਹੈਲਦੀ ਟ੍ਰੈਡੀਸ਼ਨ ਹੁੰਦੀ ਹੈ। ਸਡਨਲੀ ਤੁਸੀਂ ਇੱਕ ਬਿੱਲ ਲਿਆਓ ਇਹੋ ਜਿਹਾ ਜਿਹੜਾ ਇੰਪੋਰਟੈਂਟ ਹੈਗਾ, ਹੁਣ ਗੱਲ ਡੀਲਿਮਿਟੇਸ਼ਨ ਤੋਂ ਬਾਅਦ ਇਹਨੂੰ ਇੰਪਲੀਮੈਂਟ ਕਰਨੀ ਚੱਲ ਰਹੀ ਹੈ। ਡੀਲਿਮਿਟੇਸ਼ਨ ਤੇ ਖੁਦ ਤੇ ਆਪਣੇ ਆ ਜਿਹੜਾ ਪ੍ਰੋਸੈਸ ਹੈ ਇਹ ਤੇ ਕਿੰਤੂ ਹੋ ਰਿਹਾ, ਸਾਊਥ ਇੰਡੀਆ ਦੀ ਸਾਰੀਆਂ ਸਟੇਟਸ ਇਹਨੂੰ ਕੁਐਸਚਨ ਕਰ ਰਹੀਆਂ। ਉਹਦਾ ਕਾਰਨ ਹੈ ਇੱਕ, ਉਹਨਾਂ ਨੂੰ ਇਹ ਐਪਰੀਹੈਂਸ਼ਨ ਹੈ ਕਿ ਡੀਲਿਮਿਟੇਸ਼ਨ ਦੇ ਤੋਂ ਬਾਅਦ ਜਿਹੜੀਆਂ ਸਟੇਟਸ ਵਧਣਗੀਆਂ ਉਹ ਮੇਨਲੀ ਨਾਰਦਰਨ ਸਟੇਟਸ, ਯੂਪੀ, ਬਿਹਾਰ, ਮੱਧ ਪ੍ਰਦੇਸ਼, ਰਾਜਸਥਾਨ, ਜਿਹੜੀ ਹਿੰਦੀ ਬੈਲਟ ਸੋ ਕਾਲਡ ਕਾਊ ਬੈਲਟ ਹੈ, ਇਹਦੀਆਂ ਵਧਣਗੀਆਂ, ਸਾਊਥ ਦੀਆਂ ਨਹੀਂ ਵਧਣਗੀਆਂ। ਉਸ ਤੋਂ ਬਾਅਦ ਬੀਜੇਪੀ ਨੂੰ ਰਾਜ ਕਰਨ ਦੇ ਵਿੱਚ ਕੋਈ ਬਹੁਤ ਦਿੱਕਤ ਨਹੀਂ ਆਏਗੀ, ਕਿਉਂਕਿ ਮੇਨ ਸਪੋਰਟ ਬੇਸ ਬੀਜੇਪੀ ਦਾ ਇਹ ਸਟੇਟਸ ਹੈਗੀਆਂ। ਤੇ ਇਹਦੇ ਤੇ ਕਮੈਂਟਰੀ ਤੇ ਇੱਥੋਂ ਤੱਕ ਆਈ ਹੈ ਕਿ ਜੇ ਡੀਲਿਮਿਟੇਸ਼ਨ ਦੇ ਤੋਂ ਤੇ ਪ੍ਰੋਸੈਸ ਕੀਤਾ ਗਿਆ ਤੇ ਇਹ ਮੁਲਕ ਨੂੰ ਡਿਵਾਈਡ ਕਰ ਸਕਦਾ ਹੈ ਇਸ਼ੂ। ਇਹ ਆਲਰੇਡੀ ਆਰਟੀਕਲ ਲਿਖੇ ਜਾ ਚੁੱਕੇ ਹੈ ਸਾਊਥ ਇੰਡੀਆ ਦੇ ਐਂਗਲ ਤੋਂ। ਸੋ ਇਹ ਬੜੀ ਟ੍ਰਿਕੀ ਸਿਚੁਏਸ਼ਨ ਹੈ। ਸਾਰੀ ਗੱਲ ਤੇ ਆ ਕੇ ਬਿੱਲ ਪਾਸ ਕਰਨਾ, ਵਿਮਨ ਰਿਜ਼ਰਵੇਸ਼ਨ ਅਲੱਗ ਹੈ। ਮਸਲਾ ਐਸਜੀਪੀ ਬੜੇ ਕਮਾਲ ਦੀ ਸਿਚੁਏਸ਼ਨ ਹੈ। ਐਸਜੀਪੀਸੀ ਦੀ 1925 ਦੇ ਵਿੱਚ ਸਿੱਖ ਗੁਰਦੁਆਰਾ ਐਕਟ ਪਾਸ ਹੁੰਦਾ ਹੈ ਤੇ 21 ਸਾਲ ਦੀ ਰੱਖੀ ਗਈ ਓਵਰ ਵੋਟਿੰਗ ਏਜ, ਵਿਮਨ ਨੂੰ ਰਾਈਟ ਮਿਲਿਆ ਸੀਗਾ। ਉਸ ਵੇਲੇ ਤੱਕ ਇੰਗਲੈਂਡ ਦੇ ਵਿੱਚ ਵੀ 21 ਸਾਲ ਦੀ ਔਰਤ ਨੂੰ ਵੋਟ ਪਾਉਣ ਦਾ ਹੱਕ ਨਹੀਂ ਸੀ। ਇਹ ਇੰਨਾ ਪ੍ਰੋਗਰੈਸਿਵ ਐਕਟ ਸੀ ਜਿਹੜਾ ਅਸੀਂ ਕਦੇ ਉਹ ਗੱਲ ਕਰਦੇ ਹੀ ਨਹੀਂ ਜ਼ਿਆਦਾ। ਹਿੰਦੁਸਤਾਨ ਦੇ ਵਿੱਚ ਪਹਿਲੀ ਵਾਰ ਵਿਮਨ ਨੂੰ ਵੋਟਿੰਗ ਰਾਈਟ ਮਿਲਿਆ ਸੀ, ਐਸਜੀਪੀਸੀ ਐਕਟ ਦੇ ਵਿੱਚ ਮਿਲਿਆ ਸੀਗਾ। 1996 ਦੀ ਇਲੈਕਸ਼ਨ ਤੋਂ ਪਹਿਲਾਂ, ਐਸਜੀਪੀਸੀ ਜਨਰਲ ਹਾਊਸ ਦੀ ਇਲੈਕਸ਼ਨ ਤੋਂ ਪਹਿਲਾਂ 30 ਸੀਟਾਂ ਐਸਜੀਪੀਸੀ ਜਨਰਲ ਹਾਊਸ ਵਿਮਨ ਵਾਸਤੇ ਰਿਜ਼ਰਵ ਕੀਤੀਆਂ ਗਈਆਂ ਸੀ। ਉਹ ਡਬਲ ਕਰਤੀਆਂ ਸੀ ਸੀਟਾਂ, ਕੰਸਟੀਟਿਊਐਂਸੀ ਵਧਾਈਆਂ ਗਈਆਂ। ਸੋ ਪ੍ਰੋਗਰੈਸਿਵ ਜਿਹੜੇ ਆਈਡੀਆਜ਼ ਹੈ ਐਸਜੀਪੀਸੀ ਦੇ ਵਿੱਚ ਪਏ ਹੋਏ ਆ। ਚਲੋ ਵੈਲਕਮ ਹੈ ਕਿ ਜੇ ਸੀਟਾਂ ਵਿਮਨ ਰਿਜ਼ਰਵੇਸ਼ਨ ਬਿੱਲ ਆ ਰਿਹਾ ਹੈ, ਇਹ ਅਡਾਪਟ ਹੋਣਾ ਚਾਹੀਦਾ ਔਰ ਇੰਪਲੀਮੈਂਟ ਵੀ ਹੋਣਾ ਚਾਹੀਦਾ। ਹਾਂ, ਇਹ ਸਵਾਲ ਹੈ ਕਿ ਇਹ ਹਲਕੇ ਡਬਲ ਹੋਣਗੇ ਜਾਂ ਰੋਟੇਸ਼ਨ ਦੇ ਵਿੱਚ ਇਹਨੂੰ ਅੱਗੇ ਵਧਾਇਆ ਜਾਊਗਾ। ਇਹ ਸਵਾਲ ਤਾਂ ਉੱਠਦੇ ਰਹਿਣਗੇ, ਪਰ ਇਸ ਵੇਲੇ ਸਭ ਤੋਂ ਵੱਡਾ ਇਹ ਵੀ ਮਾਮਲਾ ਹੈ ਕਿ ਆਬਾਦੀ ਦੇ ਲਿਹਾਜ਼ ਨਾਲ ਜੋ ਸਹੂਲਤਾਂ ਮਿਲਣ ਲੱਗਣਗੀਆਂ ਤਾਂ ਦੇਸ਼ ਦਾ ਜਿਹੜਾ ਸਭ ਤੋਂ ਅਹਿਮ ਮੂਵ ਸੀਗੀ ਕਿ ਤੁਸੀਂ ਦੋ ਤੁਮਾਰੇ ਦੋ ਵਾਲੀ ਗੱਲ ਜਿਨ੍ਹਾਂ ਨੇ ਅਪਣਾ ਲਈ, ਉਹ ਆਰਥਿਕ ਤੌਰ ਤੇ ਵੀ ਟੁੱਟੇ। ਹੁਣ ਵੀ ਬਹੁਤ ਸਾਰਾ ਪੈਸਾ ਕੇਂਦਰੀ ਪੂਲ ਦੇ ਵਿੱਚੋਂ ਆਬਾਦੀ ਦੇ ਲਿਹਾਜ਼ ਨਾਲ ਤੇ ਖੇਤਰਫਲ ਦੇ ਲਿਹਾਜ਼ ਨਾਲ ਦਿੱਤਾ ਜਾਂਦਾ ਹੈ, ਇਹ ਸੋਚੇ ਬਿਨਾਂ ਕਿ ਕੰਟਰੀਬਿਊਟ ਕੌਣ ਕਰ ਰਿਹਾ। ਤੇ ਜੇਕਰ ਅੱਗੇ ਜਾ ਕੇ ਹਿੰਦੀ ਬੈਲਟ ਦੇ ਵਿੱਚ ਸੀਟਾਂ ਦਾ ਵਾਧਾ ਹੋ ਜਾਂਦਾ ਡੀਲਿਮਿਟੇਸ਼ਨ ਤੋਂ ਬਾਅਦ, ਤਾਂ ਬਾਕੀ ਦਾ ਦੇਸ਼ ਲਗਭਗ ਉਹਨੂੰ ਭੁਗਤਦਾ ਰਹੂਗਾ। ਮੈਂ ਨਾਲ ਹੀ ਐਡ ਕਰਦਾ ਸਦਰਨ ਸਟੇਟ ਦਾ ਰੈਵਨਿਊ ਨਾਰਥ ਤੋਂ ਜ਼ਿਆਦਾ ਹੈ, ਕੰਟਰੀਬਿਊਸ਼ਨ ਉਹਨਾਂ ਦੀ ਜ਼ਿਆਦਾ ਹੈ, ਲੇਕਿਨ ਐਲੋਕੇਸ਼ਨ ਨਾਰਦਰਨ ਸਟੇਟਸ ਤੋਂ ਜ਼ਿਆਦਾ ਸੈਂਟਰ ਤੋਂ ਹੁੰਦੀ ਹੈ। ਇੱਥੇ ਗੜਬੜ ਸਾਰੀ ਹੈ। ਬਿਲਕੁਲ ਇਹ ਬਿਲਕੁਲ ਅਸੰਤੁਲਨ ਸਥਿਤੀ ਹੈ ਜਿਹਨੂੰ ਕੋਈ ਐਡਰੈਸ ਨਹੀਂ ਕਰ ਰਿਹਾ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਥੈਂਕ ਯੂ, ਸ਼ੁਕਰੀਆ ਜੀ।